ਇਹ ਜਵਾਨ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ ਪਰ ਟੈ ਨਾ ਮੰਨਣ ਕਿਸੇ ਦੀ। ਪ੍ਰੋਫੈਸਰ ਪੂਰਨ ਸਿੰਘ ਹੁਣਾਂ ਨੇ ਜਦੋਂ ਪੰਜਾਬ ਦੇ ਨੌਜਵਾਨਾਂ ਬਾਰੇ ਇਹ ਕਿਹਾ ਸੀ, ਇਹ ਆਪਣੇ ਆਪ ਦੇ ਵਿੱਚ ਬਹੁਤ ਸ਼ਾਹਕਾਰ ਸੀ ਅਤੇ ਪੰਜਾਬ ਦੇ ਨੌਜਵਾਨ ਯਕੀਨਨ ਅਜਿਹੇ ਨੇ ਇਸ ਦੌਰ ਦੇ ਵਿੱਚ ਵੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ। ਪਰ ਸਮੇਂ ਦੀ ਸਿਆਸਤ ਨੇ, ਸਮੇਂ ਦੇ ਪ੍ਰਬੰਧ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਬਹੁਤ ਵੱਖਰੇ ਢੰਗ ਦੇ ਨਾਲ ਪੇਸ਼ ਕਰ ਦਿੱਤਾ। ਹਾਲਾਤ ਇਹ ਨੇ ਕਿ ਇਸ ਦੌਰ ਦੇ ਅੰਦਰ ਭੂਗੋਲ ਦਾ ਵਜ਼ੀਫਾ ਬੰਦ ਹੋ ਰਿਹਾ। ਇਸ ਦੌਰ ਦੇ ਅੰਦਰ ਲਗਾਤਾਰ ਨੌਜਵਾਨਾਂ ਦੀਆਂ ਸਾਰੀਆਂ ਨੌਕਰੀਆਂ ਦੇ ਉੱਤੇ ਕਾਬੂ ਕੀਤਾ ਜਾ ਰਿਹਾ। ਨੌਜਵਾਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਅੰਦਰ ਉਹਨਾਂ ਦਾ ਕੋਈ ਭਵਿੱਖ ਨਹੀਂ ਹੈ ਅਤੇ ਉਹ ਆਈਲੈਟਸ ਕਰਕੇ ਬਾਹਰ ਨੂੰ ਜਾ ਰਹੇ ਨੇ। ਜਿਹੜੇ ਪੰਜਾਬ ਦੇ ਨੌਜਵਾਨ ਇੱਥੇ ਨੇ ਉਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕਿਸਾਨ ਦਾ ਪੁੱਤ ਕਿਸਾਨ ਹੋਣਾ ਨਹੀਂ ਚਾਹੁੰਦਾ। ਪਿਛਲੇ ਅੰਕੜੇ ਕੱਢ ਕੇ ਵੇਖ ਲਓ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਕਿਸਾਨਾਂ ਦੇ ਪੁੱਤ ਪਿੰਡਾਂ ਤੋਂ ਸ਼ਹਿਰਾਂ ਨੂੰ ਸ਼ਿਫਟ ਕਰ ਚੁੱਕੇ ਨੇ। ਉਹਨਾਂ ਨੂੰ ਲੱਗਦਾ ਕਿ ਨੌਕਰੀ ਹੀ ਉਹਨਾਂ ਦਾ ਆਖਰੀ ਆਸਰਾ ਹੈ। ਇਸੇ ਨੌਕਰੀ ਦੇ ਵਿੱਚ ਲਗਾਤਾਰ ਸਰਕਾਰ ਨੇ ਜੋ ਨੌਕਰੀਆਂ ਦਿੱਤੀਆਂ ਉਹ ਨੌਕਰੀਆਂ ਵੀ ਕੰਟਰੈਕਟ ਬੇਸ ਨੇ। ਇਹ ਆਪਣੇ ਆਪ ਦੇ ਵਿੱਚ ਹਾਸੋਹੀਣ ਹੈ ਜਾਂ ਸ਼ਾਹਕਾਰ ਹੈ, ਇਸ ਦੇ ਬਾਰੇ ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਪੂਰੇ ਹਿੰਦੁਸਤਾਨ ਦੇ ਅੰਦਰ ਪੰਜਾਬ ਦੀ ਹੈਲਥ ਸਿਸਟਮ ਦੂਸਰੇ ਨੰਬਰ ਤੇ ਹੈ, ਪਰ ਇਸ ਦੂਸਰੇ ਨੰਬਰ ਤੇ ਹੈਲਥ ਸਿਸਟਮ ਦੇ ਮੈਜੋਰਿਟੇਰੀਅਨ ਇੰਪਲੋਏ ਕੰਟਰੈਕਟ ਬੇਸ ਤੇ ਨੇ, ਠੇਕੇਦਾਰੀ ਤੇ ਨੇ। ਰੂਰਲ ਫਾਰਮਾਸਿਸਟ ਪਿਛਲੇ 12 ਸਾਲਾਂ ਤੋਂ ਉਡੀਕ ਕਰ ਰਹੇ ਸਨ ਕਿ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ 12 ਸਾਲ ਬਾਅਦ ਉਹਨਾਂ ਨੂੰ ਪਹਿਲੀ ਵਾਰ ਲਿਖਤੀ ਚਿੱਠੀ ਮਿਲਦੀ ਹੈ ਕਿ ਉਹਨਾਂ ਨੂੰ ਪੱਕਿਆ ਕੀਤਾ ਜਾ ਰਿਹਾ ਹੈ। ਉਸ ਚਿੱਠੀ ਤੋਂ 1 ਸਾਲ ਬਾਅਦ ਵੀ ਮਸਲਾ ਜਿਉਂ ਦਾ ਤਿਉਂ ਹੈ, ਯਾਨੀ ਕਿ ਉਹਨਾਂ ਦਾ ਕੁਝ ਨਹੀਂ ਬਣਿਆ। ਇਹ ਕਹਾਣੀ ਇਕੱਲੀ ਰੂਰਲ ਫਾਰਮਾਸਿਸਟਾਂ ਦੀ ਨਹੀਂ ਹੈ। ਐਜੂਕੇਸ਼ਨ ਸਿਸਟਮ ਦੇ ਅੰਦਰ ਬਹੁਤ ਸਾਰੇ ਟੀਚਰਸ ਵੀ ਕੰਟਰੈਕਟ ਬੇਸ ਇਸੇ ਤਰ੍ਹਾਂ ਨੇ। ਉਹ ਲਗਾਤਾਰ 1000 ਰੁਪਏ ਦੇ ਵਿੱਚ ਨੌਕਰੀ ਕਰ ਰਹੇ ਨੇ, 1000 ਤੋਂ 6000 ਰੁਪਏ ਤੱਕ ਪਹੁੰਚੇ ਨੇ, ਪਰ ਉਹ ਇਸ ਉਮੀਦ ਤੱਕ ਲਗਾਤਾਰ ਨੌਕਰੀ ਕਰਦੇ ਜਾ ਰਹੇ ਨੇ ਕਿ ਇੱਕ ਦਿਨ ਉਹ ਸਰਕਾਰੀ ਨੌਕਰ ਹੋ ਜਾਣਗੇ। ਆਖਰ ਸਰਕਾਰੀ ਨੌਕਰੀ ਦੀ ਇੰਨੀ ਉਮੀਦ ਕਿਉਂ ਹੈ ਅਤੇ ਇਸ ਉਮੀਦ ਦੇ ਵਿੱਚ ਪੰਜਾਬ ਆਪਣੇ ਆਪ ਨੂੰ ਕਿੱਥੇ ਵੇਖਦਾ ਹੈ? ਜਦੋਂ ਵੀ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਅੰਦਰ ਰੂਲ ਰੈਗੂਲੇਸ਼ਨ ਉਹ ਆਮ ਲੋਕਾਂ ਲਈ ਕੁਝ ਹੋਰ ਹੋ ਜਾਂਦੇ ਨੇ ਅਤੇ ਖਾਸ ਲੋਕਾਂ ਦੇ ਲਈ ਕੁਝ ਹੋਰ ਹੋ ਜਾਂਦੇ ਨੇ। ਉਦਾਹਰਨ ਦੇ ਤੌਰ ਤੇ ਮੈਨੂੰ ਪਿਛਲੇ ਦਿਨਾਂ ਦੇ ਅੰਦਰ ਇੱਕ ਵਿਦਿਆਰਥੀ ਮਿਲਿਆ ਜੋ ਮੈਨੂੰ ਇਹ ਦੱਸ ਰਿਹਾ ਸੀ, ਇਹ ਬਿਆਨ ਕਰ ਰਿਹਾ ਸੀ ਕਿ ਸਾਡੀ ਸਪੀਡ ਲਿਮਟ 80 ਦੀ ਸਪੀਡ ਹੈ ਸੜਕਾਂ ਤੇ ਚੱਲਣ ਦੀ, ਇਸ ਤੋਂ ਵੱਧ ਚੱਲਾਂਗੇ ਤਾਂ ਸਾਡਾ ਚਲਾਨ ਹੋ ਜਾਵੇਗਾ। ਪਰ ਜਦੋਂ ਕਿਸੇ ਲੀਡਰ ਦੀ ਪੈਟਰੋਲਿੰਗ ਗੱਡੀ ਲੰਘਦਾ ਵੇਖਦਾ ਤੇ ਉਹਦੀ ਸਪੀਡ 120 ਕਿਲੋਮੀਟਰ ਦੀ ਹੁੰਦੀ ਹੈ। ਸੋ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ। ਪੰਜਾਬ ਦਾ ਨੌਜਵਾਨ, ਪੰਜਾਬ ਦੇ ਬਜ਼ੁਰਗ ਜਿਨ੍ਹਾਂ ਨੇ ਇੱਕ ਲੰਮੀ ਚੌੜੀ ਸਿਆਸਤ ਵੇਖੀ ਹੈ, ਲੰਮਾ ਚੌੜਾ ਦੌਰ ਵੇਖਿਆ, ਉਹ ਦੌਰ ਜਿਹੜਾ ਐਮਰਜੈਂਸੀ ਤੋਂ ਹੁੰਦੇ ਹੋਏ ਇੱਥੋਂ ਤੱਕ ਆਇਆ, ਇਸ ਦੇ ਵਿੱਚ ਇੱਕ ਵੱਡਾ ਖਲਾ ਆਇਆ। ਐਮਰਜੈਂਸੀ ਨੇ ਸਾਨੂੰ ਬਹੁਤ ਸਾਰੇ ਆਗੂ ਦਿੱਤੇ, ਉਸ ਤੋਂ ਬਾਅਦ ਆਗੂ ਕਿੱਧਰ ਗਏ? ਆਗੂ ਹੁਣ ਪਿੰਡਾਂ ਦੀਆਂ ਸੱਥਾਂ 'ਚੋਂ ਨਹੀਂ ਨਿਕਲ ਰਹੇ। ਇਹ ਸਾਰੀਆਂ ਗੱਲਾਂ ਦੇ ਵਿੱਚ ਅੱਜ ਅਸੀਂ ਇੱਥੇ ਗੱਲ ਕਰਨ ਆ ਰਹੇ ਹਾਂ। ਨਰੋਆ ਪੰਜਾਬ ਨੇ ਇਸ ਪ੍ਰੋਗਰਾਮ ਨੂੰ ਉਲੀਕਿਆ। ਨਰੋਆ ਪੰਜਾਬ ਦੇ ਵਿੱਚ ਜਿੰਨੇ ਵੀ ਨੌਜਵਾਨ ਨੇ ਉਹਨਾਂ ਨੂੰ ਲੱਗਦਾ ਆ ਕਿ ਅਸੀਂ ਫਿਰ ਤੋਂ ਇੱਕ ਉਮੀਦ ਦੇ ਨਾਲ ਨਵੀਆਂ ਚੀਜ਼ਾਂ ਖੜੀਆਂ ਕਰ ਦੇਵਾਂਗੇ। ਇਹ ਉਮੀਦ ਕਿਉਂ ਹੈ ਅਤੇ ਇਸ ਉਮੀਦ ਦੇ ਵਿੱਚ ਫਿਰ ਵੀ ਲੋਕਾਂ ਨੂੰ ਕਿਉਂ ਇੱਕ ਸ਼ਸ਼ੋਪੰਜ ਰਹਿੰਦਾ ਆ ਕਿ ਕੁਝ ਵੀ ਨਹੀਂ ਹੋ ਸਕਦਾ? ਇਹ ਸਾਰੀਆਂ ਗੱਲਾਂ ਦੇ ਵਿੱਚ ਆਪਾਂ ਗੱਲ ਕਰਾਂਗੇ। ਇਸੇ ਤਜਰਬੇ ਦੇ ਵਿੱਚ ਅੱਜ ਆਪਾਂ ਇਸ ਸੱਥ ਦੇ ਵਿੱਚ ਇਕੱਤਰ ਹੋਏ ਹਾਂ, ਜਿਸ ਦੇ ਵਿੱਚ ਸਾਡੇ ਨਾਲ ਬਜ਼ੁਰਗ ਨੇ, ਮੋਤਬਰ ਆਗੂ ਨੇ, ਨੌਜਵਾਨ ਨੇ। ਨੌਜਵਾਨ ਉਹ ਨੇ ਜੋ ਨੌਕਰੀਆਂ ਦੀ ਉਡੀਕ ਕਰ ਰਹੇ ਨੇ, ਜਿਨ੍ਹਾਂ ਨੇ ਇੱਕ ਫਾਰਮ ਭਰਿਆ, ਪੇਪਰ ਲੀਕ ਹੋ ਗਿਆ ਅਤੇ ਉਸ ਤੋਂ ਬਾਅਦ ਦੁਬਾਰਾ ਫਾਰਮ ਭਰਿਆ। ਇਸੇ ਤਰ੍ਹਾਂ ਲਗਾਤਾਰ ਆਪਣੀਆਂ 1000 ਰੁਪਏ, 2000 ਰੁਪਏ ਦੀਆਂ ਫੀਸਾਂ ਦੇ ਨਾਲ ਉਹ ਨੌਜਵਾਨ ਨੌਕਰੀ ਦੇ ਲਈ ਅਪਲਾਈ ਤਾਂ ਕਰ ਰਹੇ ਨੇ, ਪਰ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ। ਕਿਤਨਾ ਸਾਹਿਬ, ਤੁਸੀਂ ਬਹੁਤ ਸਾਰੀਆਂ ਆਰਟੀਆਈਆਂ ਪਾਉਂਦੇ ਹੋ। ਮੌਜੂਦਾ ਸਿਚੁਏਸ਼ਨ ਜਾਂ ਇਹ ਸਾਰੀ ਉਮੀਦ ਜਾਂ ਇਹ ਸਾਰਾ ਸਿਨੈਰੀਓ ਤੁਹਾਨੂੰ ਕਿਵੇਂ ਲੱਗਦਾ? ਅਸੀਂ ਆਰਟੀਆਈ ਦੇ ਵਿੱਚ ਕਾਫੀ ਇਨਫੋਰਮੇਸ਼ਨ ਲੈਂਦੇ ਰਹੇ ਹਾਂ ਅਤੇ ਹੁਣ ਵੀ ਜਿਹੜੀ ਮੈਂ ਲੇਟੈਸਟ ਇਨਫੋਰਮੇਸ਼ਨ ਲਈ ਸੀ, ਪੰਜਾਬ ਸਰਕਾਰ ਦਾ ਇੱਕ ਬੜਾ ਵੱਡਾ ਪ੍ਰੋਜੈਕਟ ਸੀਗਾ ਜਿਹਦੇ ਦਾਅਵੇ ਕਰਕੇ ਪੰਜਾਬ ਸਰਕਾਰ ਹੋਂਦ ਵਿੱਚ ਆਈ ਸੀ, ਉਹ ਸੀ ਘਰ ਘਰ ਰੁਜ਼ਗਾਰ। ਅਸੀਂ ਆਰਟੀਆਈ ਦੇ ਵਿੱਚ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਕਿੰਨੇ ਨੌਜਵਾਨਾਂ ਨੂੰ ਤੁਸੀਂ ਨੌਕਰੀਆਂ ਦੇ ਚੁੱਕੇ ਹੋ, ਅਤੇ ਸਰਕਾਰ ਕੋਲ ਇਸ ਚੀਜ਼ ਦਾ ਲਿਖਤੀ ਜਵਾਬ ਦੇਣ ਲਈ ਕੁਝ ਨਹੀਂ ਹੈਗਾ। ਅਖਬਾਰਾਂ ਵਿੱਚ ਇਸ਼ਤਿਹਾਰ ਆ ਰਹੇ ਨੇ ਕਿ ਲੱਖਾਂ ਨੌਕਰੀਆਂ ਦੇਤੀਆਂ, ਜ਼ਿਲ੍ਹਾ ਵਾਈਜ਼ ਵੀ ਉਹ ਗਿਣਤੀ ਦੱਸ ਰਹੇ ਨੇ।
ਲੇਕਿਨ ਜਦੋਂ ਅਸੀਂ ਪੁੱਛਦੇ ਹਾਂ ਕਿ ਸਾਨੂੰ ਸੂਚੀ ਦਿਓ ਕਿਹੜੇ ਨੌਜਵਾਨ ਨੂੰ ਕਿੱਥੇ ਨੌਕਰੀ ਦਿੱਤੀ ਆ, ਉਹ ਨਾ ਤੇ ਜ਼ਿਲ੍ਹਾ ਲੈਵਲ ਤੇ ਦੇ ਰਹੇ ਆ ਨਾ ਸਟੇਟ ਲੈਵਲ ਤੇ। ਉਹਦਾ ਕਾਰਨ ਇਹ ਹੈ ਕਿ ਨੌਜਵਾਨਾਂ ਦੇ ਨਾਲ ਐਡਾ ਵੱਡਾ ਧੋਖਾ ਕੀਤਾ ਗਿਆ ਪੰਜਾਬ ਸਰਕਾਰ ਦੁਆਰਾ। ਜਿਹੜੇ ਨੌਜਵਾਨ ਕਿਸੇ ਮਕੈਨਿਕ ਦੀ ਦੁਕਾਨ ਤੇ ਪਹਿਲਾਂ ਵੀ ਲੱਗ ਜਾਂਦੇ ਸੀ, ਉਹ ਹੁਣ ਵੀ ਲੱਗ ਰਹੇ ਆ, ਲੇਕਿਨ ਸਰਕਾਰ ਨੇ ਉਹਨਾਂ ਦੇ ਫਾਰਮ ਭਰ ਕੇ ਇਹ ਸ਼ੋਅ ਕਰਤਾ ਕਿ ਇਸ ਬੰਦੇ ਨੂੰ ਅਸੀਂ ਨੌਕਰੀ ਦਵਾ ਦਿੱਤੀ ਹੈ। ਇੱਕ ਚਾਹ ਦੀ ਦੁਕਾਨ ਤੇ ਜੇਕਰ ਕੋਈ ਲੜਕਾ ਗਿਆ, ਉਹਨੂੰ ਵੀ ਇਹ ਦੱਸਤਾ ਕਿ ਇਹ ਇੱਕ ਇੰਡਸਟਰੀ ਵਿੱਚ ਇਹਨੂੰ ਨੌਕਰੀ ਮਿਲ ਗਈ ਹੈ। ਜਦੋਂ ਨੌਕਰੀ ਦੀ ਗੱਲ ਹੁੰਦੀ ਹੈ ਤੇ ਸਾਡੇ ਪੰਜਾਬ ਦੇ ਨੌਜਵਾਨ ਜਾਂ ਪੰਜਾਬ ਦੇ ਲੋਕ, ਅਬਲ ਤੇ ਪੂਰੇ ਦੇਸ਼ ਦੇ ਲੋਕ ਇਹ ਆਸ ਰੱਖਦੇ ਆ ਕਿ ਸਰਕਾਰੀ ਨੌਕਰੀ, ਕਿਉਂਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਸਿਕਿਉਰਿਟੀ ਨਹੀਂ ਹੈ। ਇਸ ਕਰਕੇ ਇਹ ਜਿਹੜੀ ਨੌਕਰੀਆਂ ਦੀ ਗਿਣਤੀ ਹੈ, ਉਹ ਸਰਕਾਰ ਨੇ ਬੜਾ ਵੱਡਾ ਧੋਖਾ ਕੀਤਾ ਨੌਜਵਾਨਾਂ ਦੇ ਨਾਲ, ਜਿਹੜੀ ਕਿ ਬਿਲਕੁਲ ਵੀ ਆਸ ਨਹੀਂ ਸੀ ਕੀਤੀ ਜਾ ਸਕਦੀ। ਉਵੇਂ ਹੀ ਹੈ ਕਿ ਜਿਵੇਂ ਨਰਿੰਦਰ ਮੋਦੀ ਹੁਣਾਂ ਨੇ ਕਿਸੇ ਵੇਲੇ ਕਹਿ ਦਿੱਤਾ ਸੀ ਕਿ ਪਕੌੜੇ ਵੇਚਣ ਵਾਲਾ ਵੀ ਇਸ ਵਕਤ EMPLOYE ਹੈਗਾ ਆ, ਰੁਜ਼ਗਾਰ ਕਮਾ ਰਿਹਾ, ਅਤੇ ਉਸੇ ਤਰ੍ਹਾਂ ਦਾ ਸ਼ਗੂਫਾ ਜਾਂ ਉਸੇ ਤਰ੍ਹਾਂ ਦਾ ਸੈਟਅਪ ਪੂਰਾ ਪੰਜਾਬ ਸਰਕਾਰ ਨੇ, ਕਾਂਗਰਸ ਸਰਕਾਰ ਨੇ ਵੀ ਸਾਡੇ ਸਾਹਮਣੇ ਪੇਸ਼ ਕੀਤਾ। ਬਿਲਕੁਲ ਉਸੇ ਤਰ੍ਹਾਂ ਕੀਤਾ। ਔਰ ਇਹ ਕੱਲੀ ਇਸ ਸਰਕਾਰ ਦੀ ਗੱਲ ਨਹੀਂ ਹੈ, ਕਾਂਗਰਸ ਸਰਕਾਰ ਦੀ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਜਿਹੜੀਆਂ ਅਕਾਲੀ ਭਾਜਪਾ ਦੀਆਂ ਸਰਕਾਰਾਂ ਰਹੀਆਂ, ਉਹਨਾਂ ਦੇ ਸਮੇਂ ਵੀ ਇਹੀ ਕੁਝ ਹੋਇਆ। ਈਵਨ ਕਿ ਇੱਕ ਹੋਰ RTI ਸੀ ਸਾਡੀ, ਮੁੱਖ ਮੰਤਰੀ ਇੱਕ ਅਖਤਿਆਰੀ ਫੰਡ ਹੁੰਦਾ, ਉਹਦੇ ਵਿੱਚ ਅਸੀਂ RTI ਪਾ ਕੇ ਪੁੱਛਿਆ ਕਿ ਤੁਸੀਂ ਜਿਹੜਾ ਤੁਹਾਨੂੰ ਫੰਡ ਮਿਲਿਆ ਉਹ 2 ਕਰੋੜ ਰੁਪਈਆ ਸੀਗਾ, 5 ਸਾਲਾਂ ਦਾ 20 ਕਰੋੜ ਰੁਪਈਆ ਬਣਦਾ, ਉਹਨੂੰ ਤੁਸੀਂ ਕਿੱਥੇ ਖਰਚਿਆ? ਸੋ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਆਪਣੀ ਕੌਂਸਟੀਚੁਐਂਸੀ ਹੈ ਨਾ, ਉਹਦੇ 'ਚ ਜਿਹੜਾ ਟੋਟਲ ਫੰਡ ਸੀ ਉਹਨਾਂ ਦਾ 90% ਉੱਥੇ ਖਰਚ ਦਿੱਤਾ। ਕੀ ਪੰਜਾਬ ਦੇ ਮੁੱਖ ਮੰਤਰੀ ਇਕੱਲੇ ਮੁਕਤਸਰ ਦੇ ਮੁੱਖ ਮੰਤਰੀ ਨੇ? ਉਹ ਪੂਰੇ ਪੰਜਾਬ ਦੇ ਮੁੱਖ ਮੰਤਰੀ ਨਹੀਂ ਹੈਗੇ। ਔਰ ਸਾਡੇ ਇੱਧਰ ਇੱਦਾਂ ਦੇ ਜ਼ਿਲ੍ਹੇ ਵੀ ਹੈਗੇ, ਹੁਸ਼ਿਆਰਪੁਰ ਵਗੈਰਾ, ਜਿਨ੍ਹਾਂ ਨੂੰ ਕੁਝ ਵੀ 1 ਰੁਪਈਆ ਵੀ ਨਹੀਂ ਮਿਲਿਆ ਮੁੱਖ ਮੰਤਰੀ ਦੇ ਅਖਤਿਆਰੀ ਫੰਡ ਦੇ ਵਿੱਚੋਂ। ਸੋ ਨੌਜਵਾਨਾਂ ਨੂੰ ਇਹ ਚਾਹੀਦਾ ਤੇ ਹੋਰ ਆਮ ਲੋਕਾਂ ਨੂੰ ਵੀ ਕਿ ਵੱਧ ਤੋਂ ਵੱਧ RTI ਦੀ ਵਰਤੋਂ ਕਰਕੇ ਸਰਕਾਰ ਤੋਂ ਜਾਣਕਾਰੀ ਲੈਣ ਤੇ ਉਹਨਾਂ ਨੂੰ ਅਵੇਅਰ ਕਰਨ, ਉਸ ਨੂੰ ਲੋਕਾਂ ਨੂੰ ਦੱਸਣ ਕਿ ਆਹ ਸਾਡੀ ਗ੍ਰਾਂਟ ਹੈ, ਉਹ 'ਚ ਇੰਨੇ ਪੈਸੇ ਲੱਗੇ ਨੇ। ਇਹ ਵੀ ਹਾਸੋ ਹੋਣਾ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਕੱਲ੍ਹ ਇਹ ਪੋਸਟਾਂ ਪਾ ਰਹੇ ਨੇ ਕਿ ਬਠਿੰਡੇ ਦੀ ਇੱਕ ਨਿੱਕੀ ਜਿਹੀ ਗਲੀ ਉਹਨਾਂ ਨੇ ਕਿਵੇਂ ਬਣਾਤੀ। ਯਾਨੀ ਕਿ ਕਿਤੇ ਨਾ ਕਿਤੇ ਅਸੀਂ ਬਹੁਤ ਲੋਕਲਾਈਜ਼ ਚੀਜ਼ਾਂ ਕਰਦੇ ਰਹਿੰਦੇ ਹਾਂ। ਪ੍ਰਧਾਨ ਮੰਤਰੀ ਸ਼ਮਸ਼ਾਨ ਘਾਟ ਦੇ ਉੱਤੇ ਟਿੱਪਣੀਆਂ ਕਰਦੇ ਸਨ, ਉਹ ਪ੍ਰਧਾਨ ਮੰਤਰੀ ਦਾ ਕੰਮ ਨਹੀਂ ਹੈ, ਪਰ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਅਸੀਂ RTI ਦੇ ਵਿੱਚ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਕਿੰਨੇ ਨੌਜਵਾਨਾਂ ਨੂੰ ਤੁਸੀਂ ਨੌਕਰੀਆਂ ਦੇ ਚੁੱਕੇ ਹੋ। ਸਰਕਾਰ ਕੋਲ ਇਸ ਚੀਜ਼ ਦਾ ਲਿਖਤੀ ਜਵਾਬ ਦੇਣ ਲਈ ਕੁਝ ਨਹੀਂ ਹੈਗਾ। ਜਿਹੜੇ ਨੌਜਵਾਨ ਕਿਸੇ ਮਕੈਨਿਕ ਦੀ ਦੁਕਾਨ ਤੇ ਪਹਿਲਾਂ ਵੀ ਲੱਗ ਜਾਂਦੇ ਸੀ, ਉਹ ਹੁਣ ਵੀ ਲੱਗ ਰਹੇ ਆ, ਲੇਕਿਨ ਸਰਕਾਰ ਨੇ ਉਹਨਾਂ ਦੇ ਫਾਰਮ ਭਰ ਕੇ ਇਹ ਸ਼ੋਅ ਕਰਤਾ ਕਿ ਇਸ ਬੰਦੇ ਨੂੰ ਅਸੀਂ ਨੌਕਰੀ ਦਵਾ ਦਿੱਤੀ ਹੈ। ਮੈਂ ਗ੍ਰੈਜੂਏਸ਼ਨ ਕਰਕੇ ਜਦੋਂ ਨਿਕਲੂੰਗੀ, ਮੇਰੀ ਤਨਖਾਹ ਵੱਧ ਤੋਂ ਵੱਧ ਕਿੰਨੀ ਹੋਗੀ? 12,000 ਜਾਂ 15,000। ਕਿੱਥੇ ਮੈਂ ਆਪਣੀ ਡਿਗਰੀ ਤੇ 10 ਲੱਖ ਜਾਂ ਕੁਝ ਇੰਨਾ ਸਬਜੈਕਟਿਵ ਲਗਾ ਚੁੱਕੀ ਅਮਾਊਂਟ, ਤੇ ਮੇਰੀ ਸਟਾਰਟਿੰਗ ਇੰਨੀ ਹੈ। ਹਰ ਡਾਕਟਰ ਚਾਹੁੰਦਾ ਕਿ ਉਹ ਵੀ ਜੇ ਉਹ ਇਨਪੁਟ ਮਤਲਬ ਦੇ ਰਿਹਾ ਤੇ ਉਹਨੂੰ ਵੀ ਆਊਟਪੁੱਟ ਅੱਛਾ ਮਿਲੇ। 1971 ਦੇ ਵਿੱਚ ਅਸੀਂ ਬੰਗਲਾਦੇਸ਼ ਨੂੰ ਨਾ ਚੰਗਾ ਚਾਟਾ ਛਕਾਇਆ। ਉਹਦੀ 95,000 ਫੌਜ ਨੂੰ ਅਸੀਂ ਰੈਸਟ ਕੀਤਾ। ਸੋ ਸਾਡੇ ਐਕਸ ਸੋਲਜਰਾਂ ਨੂੰ ਕੋਈ ਆਦਮੀ ਇੱਥੇ ਨਾ ਪੁੱਛਦਾ ਨਹੀਂ ਹੈਗਾ ਵਾਟ ਹੈਪਨ ਅਬਾਊਟ ਦਿਸ ਬਲੱਡੀ ਗਵਰਨਮੈਂਟ। ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਸੋਚ ਸਮਝ ਕੇ ਵੋਟ ਪਾਇਓ ਕਿਸੇ ਨੂੰ। ਸਰ ਜਿਹੜੀ ਫੀਲਡ ਦੇ ਰਿਲੇਟਡ ਮੈਂ ਸਟੱਡੀ ਕਰ ਰਿਹਾ, ਉਸ ਫੀਲਡ ਦੀ ਇੱਥੇ ਮੈਨੂੰ ਉਸ ਲੈਵਲ ਦੀ ਸੈਲਰੀ ਨਹੀਂ ਮਿਲ ਰਹੀ। ਕਿਸੇ ਪਾਰਟੀਕੂਲਰ ਇੰਸਟੀਚਿਊਟ ਤੋਂ ਮੈਂ ਉਸ ਚੀਜ਼ ਦੀ ਸਟੱਡੀ ਕਰਾਂ ਤਾਂ ਫੀਸਿਸ ਬਹੁਤ ਜ਼ਿਆਦਾ ਨੇ, ਅਤੇ ਜੇ ਮੈਂ ਕਰ ਵੀ ਲਵਾਂ ਉਸ ਤੋਂ ਬਾਅਦ ਵੀ ਮੈਨੂੰ 12 ਤੋਂ 20,000 ਦੇ ਵਿੱਚ ਸੈਲਰੀ ਮਿਲਣੀ ਹੈ, ਜਦ ਕਿ ਬਾਹਰ ਉਹੀ ਜੋ ਸੈਲਰੀ ਮਿਲਦੀ ਹੈ ਉਹ 56 ਲੱਖ ਸਾਲ ਦੀ ਮਿਲਦੀ ਹੈ। ਤਾਂ ਫਿਰ ਮੈਂ ਹੁਣ 12,000 ਨੂੰ ਪ੍ਰੈਫਰ ਕਰੂੰਗਾ ਜਾਂ ਸਾਲ ਦਾ 56 ਲੱਖ। ਇੰਡੀਆ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਨਾ, ਉਹ ਸਕ੍ਰੈਪ ਹੋ ਚੁੱਕਾ ਹੈ। ਜੋ ਇੱਥੇ ਬੇਸਿਕ ਸਟੱਡੀ ਇੱਥੇ ਕੀਤੀ ਹੈ ਮੈਰੀਨ ਦੀ, ਤੇ ਜੋ ਮੈਂ ਸਿੰਗਾਪੁਰ ਪੜ੍ਹਿਆ, ਜ਼ਮੀਨ ਆਸਮਾਨ ਦਾ ਡਿਫਰੈਂਸ ਹੈ। ਬਿਕੋਜ਼ ਉੱਥੇ 90% ਪ੍ਰੈਕਟੀਕਲ ਹੈ ਤੇ ਸਿਰਫ 10% ਥਿਊਰੀ ਹੈ। ਅੱਜ ਕੱਲ੍ਹ ਇੱਥੇ ਪ੍ਰੈਕਟੀਕਲ ਨਿਊ ਇਨੋਵੇਸ਼ਨਸ ਦੀ ਕੋਈ ਗੱਲ ਹੀ ਨਹੀਂ ਕਰਦਾ ਹੈਗਾ। ਲੋਕਡਾਊਨ ਦੇ ਵਿੱਚ ਮੇਰੀ ਘੱਟੋ ਘੱਟ 8 ਮਹੀਨੇ ਰੇਹੜੀ ਬੰਦ ਰਹਿ ਗਈ। ਵਧੀਆ ਇੰਟਰਨੈਸ਼ਨਲ ਸਕੂਲ ਦੇ ਵਿੱਚ ਬੱਚੇ ਲਾਏ ਹੋਏ ਸੀ, ਜਿਹੜੀ ਮੇਰੇ ਕੋਲ ਫੀਸ ਨਹੀਂ ਦਿੱਤੀ ਗਈ। ਕਹਿੰਦੇ ਜੀ ਇੱਕ ਫਾਰਮ ਭਰ ਦਿਓ, ਅਸੀਂ ਤੁਹਾਡੀ ਫੀਸ ਮਾਫ ਕਰ ਦਿੱਤੀ ਜਾਊਗੀ। ਮੈਂ ਫਾਰਮ ਭਰ ਕੇ ਦੇਤਾ, ਉਹਨਾਂ ਨੇ ਮੇਰੀ ਬੱਚਿਆਂ ਦੀ ਫੀਸ ਮਾਫ ਨਹੀਂ ਕੀਤੀ, ਜਦ ਕਿ ਮੇਰੇ ਬੱਚਿਆਂ ਦੇ ਸਕੂਲੋਂ ਨਾਮ ਕੱਟ ਦਿੱਤੇ ਗਏ। ਇਹ ਕਿੱਥੋਂ ਅਨ ਰੋਇਆ ਪੰਜਾਬ ਜੀ, ਜਦੋਂ 10,000 ਰੁਪਈਆ ਫੀਸ ਲੈਣੀ ਸਕੂਲ ਦੇ ਵਿੱਚ, 50,000 ਰੁਪਈਆ ਫੀਸ ਲੈਣੀ, ਗਰੀਬ ਬੱਚਾ ਕਿੱਥੋਂ ਪੜ੍ਹਾ ਸਕਦਾ ਹੈ।
ਤੁਸੀਂ ਕੀ ਕਹਿ ਰਹੇ ਸੀ, ਤੁਸੀਂ BMS ਕਰ ਰਹੇ ਹੋ, ਵਧੀਆ ਡਿਗਰੀ ਹੈ, ਡਾਕਟਰ ਬਣਨ ਵਾਲੇ ਹੋ, ਤੇ ਜਿਵੇਂ ਅਭਿਸ਼ੇਕ ਨੇ ਕਿਹਾ ਕਿ ਇੱਥੇ ਹੈਲਥ ਸਰਵਿਸ ਹੋਣੀ ਚਾਹੀਦੀ ਸੀ, ਪਰ ਇਹ ਹੈਲਥ ਇੰਡਸਟਰੀ ਖੜੀ ਹੋ ਗਈ। ਇਸੇ ਕਰਕੇ ਹੈਲਥ ਪੂਰੀ ਮਹਿੰਗੀ ਆ। ਬੰਦਾ ਡਾਕਟਰ ਕੋਲ ਜਾਣ ਤੋਂ ਪਹਿਲਾਂ ਵੀ ਡਰਦਾ ਆ ਕਿ ਦਵਾਈ ਮਹਿੰਗੀ ਨਾ ਮਿਲ ਜੇ। ਉਹ ਸਾਰੀ ਪ੍ਰੋਸੈਸ ਹੈ। ਪਰ ਤੁਹਾਨੂੰ ਕੀ ਲੱਗਦਾ ਆ ਕਿ ਬੀਇੰਗ ਪੰਜਾਬ ਦੇ ਨੌਜਵਾਨ ਹੋਣ ਦੇ ਨਾਤੇ ਤੁਸੀਂ ਆਪਣੇ ਲਈ ਕਿਹੜੀਆਂ ਚੁਣੌਤੀਆਂ ਮੰਨ ਰਹੇ ਹੋ? ਕਿਉਂਕਿ ਤੁਹਾਡੀ ਤਾਂ ਬਹੁਤ ਸੇਫ ਡਿਗਰੀ ਹੈ, ਉਸ ਦੇ ਵਿੱਚ ਫਿਊਚਰ ਵੀ ਸਿਕਿਉਰ ਹੈ, ਉਸ ਦੇ ਬਾਵਜੂਦ ਤੁਹਾਡੇ ਕੀ ਸ਼ੰਕੇ ਹੋ ਸਕਦੇ ਆ? ਦੇਖੋ ਆਈ ਵੁੱਡ ਸੇ ਕਿ ਫਿਊਚਰ ਸਿਕਿਉਰ ਜ਼ਰੂਰ ਆ, ਪਰ ਐਦਾਂ ਕੁਝ ਨਹੀਂ ਕਿ ਇੱਕ ਡਾਕਟਰ ਕੁਝ ਸੈਕਰੀਫਾਈਸ ਨਹੀਂ ਕਰਦਾ ਹੈਗਾ। ਜਿਹੜੀ ਮੇਰੀ ਆਹ 5 ਸਾਲ ਦੀਆਂ 6.5 ਸਾਲ ਦੀ ਡਿਗਰੀ ਹੁੰਦੀ ਆ, ਵੀ ਗੋ ਥਰੂ ਬਹੁਤ ਸਾਰੀਆਂ ਚੀਜ਼ਾਂ, ਲਾਈਕ ਦੇਰ ਇਜ਼ ਸੀਰੀਜ਼ ਆਫ ਥਿੰਗਸ। ਐਜੂਕੇਸ਼ਨ ਤਾਂ ਹੈ ਹੀ, ਜੋ ਆਪਾਂ ਕਰਦੇ ਆ, ਜਿਵੇਂ ਸਾਨੂੰ ਡਿਪਰੈਸ਼ਨ 'ਚ ਵੀ ਆਪਾਂ ਜਾ ਸਕਦੇ, ਇੰਨੀ ਔਖੀ ਪੜ੍ਹਾਈ ਹੁੰਦੀ ਹੈ। ਇਹੋ ਜਿਹਾ ਕੁਝ ਨਹੀਂ ਕਿ ਬਹੁਤ ਈਜ਼ੀ ਹੋ ਗਿਆ। ਇੱਕ ਡਾਕਟਰ ਦੀ ਡਿਗਰੀ ਸੌਖੀ ਨਹੀਂ ਹੈਗੀ। ਇਹਨਾਂ ਦਾ ਪੁਆਇੰਟ ਬਹੁਤ ਅੱਛਾ ਸੀਗਾ ਕਿ ਉੱਥੇ ਸਾਨੂੰ ਟਰੀਟਮੈਂਟ ਨਹੀਂ ਮਿਲਿਆ ਕੁਝ ਵੀ। ਸਰਕਾਰੀ ਹਸਪੀਟਲ ਦੇ ਵਿੱਚ ਟਰੀਟਮੈਂਟ ਕਿਉਂ ਨਹੀਂ ਮਿਲਿਆ? ਹਾਂ, ਹੋ ਸਕਦਾ ਕਿ ਉੱਥੇ ਡਾਕਟਰ ਅਵੇਲੇਬਲ ਨਾ ਹੋਵੇ। ਕੀ ਹੁੰਦਾ ਆ ਕਿ ਜਿਹੜੇ ਡਾਕਟਰਸ ਨੇ, ਕਈ ਡਾਕਟਰਸ ਆਪਣਾ ਇੱਕ ਸਰਕਾਰੀ 'ਚ ਤਾਂ ਕੰਮ ਕਰਦੇ ਨੇ, ਪਲੱਸ ਉਹਨਾਂ ਨੇ ਆਪਣੇ ਕਲੀਨਿਕਸ ਖੋਲ੍ਹੇ ਹੁੰਦੇ ਆ, ਕਿਉਂਕਿ ਉਹਨਾਂ ਨੂੰ ਇੱਦਾਂ ਲੱਗਦਾ ਕਿ ਉਹਨਾਂ ਨੂੰ ਸਰਕਾਰੀ ਹਸਪੀਟਲਾਂ ਦੇ ਵਿੱਚ ਫ਼ਾਇਦਾ ਨਹੀਂ ਹੋ ਰਿਹਾ। ਹੁਣ ਮੈਂ ਪਰਸਨਲੀ ਦੱਸਦੀ ਹਾਂ ਕਿ ਮੇਰਾ ਕੀ ਸੀਨ ਹੈ। ਮੈਂ ਗ੍ਰੈਜੂਏਸ਼ਨ ਕਰਕੇ ਜਦੋਂ ਨਿਕਲੂੰਗੀ, ਮੇਰੀ ਤਨਖਾਹ ਵੱਧ ਤੋਂ ਵੱਧ ਕਿੰਨੀ ਹੋਊਗੀ? 12,000 ਜਾਂ 15,000। ਠੀਕ ਹੈ, ਕਿੱਥੇ ਮੈਂ ਆਪਣੀ ਡਿਗਰੀ ਤੇ 10 ਲੱਖ ਜਾਂ ਕੁਝ ਇੰਨਾ ਸਬਜੈਕਟਿਵ ਲਗਾ ਚੁੱਕੀ ਅਮਾਊਂਟ, ਤੇ ਮੇਰੀ ਸਟਾਰਟਿੰਗ ਇੰਨੀ ਹੈ। ਤੁਸੀਂ ਸੋਚ ਸਕਦੇ ਹੋ ਕਿ ਉਹ ਮੇਰੇ ਲਈ ਕਿੰਨਾ ਕੁ ਬੈਨੀਫੀਸ਼ੀਅਲ ਆ। ਹਰ ਡਾਕਟਰ ਚਾਹੁੰਦਾ ਕਿ ਉਹ ਵੀ ਜੇ ਉਹ ਇਨਪੁਟ ਮਤਲਬ ਦੇ ਰਿਹਾ ਤੇ ਉਹਨੂੰ ਵੀ ਆਊਟਪੁੱਟ ਅੱਛਾ ਮਿਲੇ। ਮੈਂ ਇਹ ਨਹੀਂ ਕਹਿੰਦੀ ਕਿ ਹਾਂ ਵੀ ਡਾਕਟਰਸ ਕਸੂਰਵਾਰ ਨਹੀਂ ਹੈਗੇ। ਕੁਝ ਡਾਕਟਰਸ ਨੇ ਧੰਦਾ ਹੀ ਅਲੱਗ ਬਣਾ ਲਿਆ ਹੈ ਕਿ ਹਾਂ ਵੀ ਤੁਸੀਂ ਪਹਿਲਾਂ ਡਾਕੂਮੈਂਟ ਸਾਈਨ ਕਰੋ ਫਿਰ ਹੀ ਤੁਹਾਡਾ ਟਰੀਟਮੈਂਟ ਹੋਊਗਾ, ਹੈ ਨਾ, ਇਹ ਚੀਜ਼ ਹੈ। ਪਰ ਫਿਰ ਵੀ ਆਪਾਂ ਦੇਖਿਆ ਜਾਵੇ ਤਾਂ ਹੁਣ ਕਰੋਨਾ ਦਾ ਟਾਈਮ ਸੀਗਾ, ਤਾਂ ਡਾਕਟਰਸ ਨੇ ਕਿੰਨੀ ਹੈਲਪ ਕੀਤੀ ਹੈ। ਕਿੰਨੀ ਵਾਰ ਬੋਲਿਆ ਗਿਆ ਕਿ ਮਾਸਕ ਵਗੈਰਾ ਡਾਲੋ ਜਾਂ ਕੁਝ, ਇਹ ਆਪਣੇ ਹੱਥ 'ਚ ਆਪਣੀ ਸੇਫਟੀ ਆ। ਕਈ ਲੋਕਾਂ ਨੇ ਇੰਪਲੀਮੈਂਟ ਜ਼ਰੂਰ ਕੀਤਾ, ਕਈਆਂ ਨੇ ਨਹੀਂ ਕੀਤਾ। ਫਿਰ ਬਾਅਦ 'ਚੋਂ ਵੀ ਇਹ ਦੇਖਿਆ ਗਿਆ ਕਿ ਜਦੋਂ ਉੱਥੇ ਹਸਪੀਟਲਸ ਦੇ ਵਿੱਚ ਕੋਈ ਐਕਸਪਾਇਰ ਹੁੰਦਾ ਸੀ ਜਾਂ ਕਿਸੇ ਦੀ ਡੈਥ ਹੁੰਦੀ ਸੀਗੀ, ਤਾਂ ਪੇਸ਼ੈਂਟਸ ਜਿਹੜੇ ਸੀਗੇ ਉਹ ਡਾਕਟਰ 'ਤੇ ਹੀ ਬਲੇਮ ਸਿੱਟਦੇ ਸੀ ਕਿ ਇਹਨਾਂ ਕਰਕੇ ਹੋਇਆ। ਕਿਸੇ ਨੇ ਆਪਣਾ ਕਸੂਰ ਹੀ ਨਹੀਂ ਕੱਢਿਆ ਕਿ ਹਾਂ ਵੀ ਅਸੀਂ ਇਨਵੋਲਵ ਸੀਗੇ, ਅਸੀਂ ਇਹੋ ਜਿਹਾ ਕੰਮ ਕੀਤਾ, ਅਸੀਂ ਮਾਸਕ ਨਹੀਂ ਲਗਾਏ, ਜਾਂ ਜਦੋਂ ਸਾਨੂੰ ਕਿਹਾ ਕਿ ਗੈਦਰਿੰਗਸ ਦੇ ਵਿੱਚ ਨਾ ਬੈਠੋ, ਤੇ ਅਸੀਂ ਉਹ ਚੀਜ਼ 'ਚ ਐਂਟੀਸਿਪੇਟ ਨਹੀਂ ਕੀਤਾ, ਹੈ ਨਾ। ਫਿਰ ਜਦੋਂ ਵੈਕਸੀਨਸ ਦੀ ਗੱਲ ਆਈ, ਮੈਂ ਪਰਸਨਲੀ ਦੱਸਦੀ, ਮੈਂ ਰਾਹੋਂ ਦੇ ਵਿੱਚ ਕਾਫੀ ਜਗ੍ਹਾ, ਜਿੱਦਾਂ ਮੈਂ ਇੱਥੇ ਰਹਿੰਦੀ ਬਹੁਤ ਘੱਟ ਆ, ਮੈਂ ਲੁਧਿਆਣੇ ਹੀ ਜ਼ਿਆਦਾਤਰ ਹੁੰਦੀ ਹਾਂ, ਪਰ ਜਦੋਂ ਮੈਂ ਆਉਂਦੀ ਵੀਕਐਂਡਸ 'ਤੇ ਜਾਂ ਕਦੀ ਛੁੱਟੀਆਂ ਦੇ ਵਿੱਚ, ਤੇ ਮੈਂ ਮਾਰਕੀਟ ਜ਼ਰੂਰ ਹੁੰਦੀ ਹਾਂ, ਆਪਣੇ ਪੇਰੈਂਟਸ ਨਾਲ ਜਾਂਦੀ, ਭਰਾ ਨਾਲ ਜਾਂਦੀ, ਕਿਸੇ ਨਾਲ ਵੀ ਜਾਂਦੀ। ਤੇ ਫੈਕਟ ਇਜ਼ ਕਿ ਉੱਥੇ ਵੀ ਲੋਕਾਂ ਦਾ ਪਤਾ ਕੀ ਸੀ, ਇੱਕ ਆਈਡੀਓਲੋਜੀ ਵੈਕਸੀਨ ਨੂੰ ਲੈ ਕੇ ਕਿ ਨਹੀਂ, ਅਸੀਂ ਜਿੱਦਾਂ ਆਏ ਸੀ ਅਸੀਂ ਇੱਦਾਂ ਹੀ ਜਾਣਾ ਆ, ਮਤਲਬ ਅਸੀਂ ਬਾਹਰਲੀ ਕੋਈ ਚੀਜ਼ ਆਪਣੇ ਵਿੱਚ ਨਹੀਂ ਆਉਣ ਦੇਵਾਂਗੇ, ਜਿੱਦਾਂ ਰੱਬ ਨੇ ਸਾਨੂੰ ਦਿੱਤਾ ਆ ਅਸੀਂ ਇਸੇ ਤਰੀਕੇ ਨਾਲ ਮਰਨਾ ਪਸੰਦ ਕਰਾਂਗੇ। ਇਹ ਤਾਂ ਇੱਕ ਵੱਖਰੀ ਡਿਬੇਟ ਹੈਗੀ ਹੈ, ਪਰ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਮੈਜੋਰੀਟੇਰੀਅਨ ਜਦੋਂ ਵੀ ਆਪਾਂ ਜਾਂਦੇ ਹਾਂ ਹਸਪੀਟਲ ਦੇ ਅੰਦਰ, ਲੋਕ ਜਾ ਕੇ ਇਹ ਮੰਨ ਕੇ ਚੱਲਦੇ ਆ ਕਿ ਅੰਦਰ ਖੱਜਲ ਖੁਆਰੀ ਹੋਏਗੀ, ਅੰਦਰ ਖਰਚਾ ਹੋਏਗਾ, ਇਹ ਪ੍ਰੋਸੈਸ ਦੇ ਉੱਤੇ ਤੁਸੀਂ ਕੀ ਕਮੈਂਟ ਕਰਨਾ ਚਾਹੋਗੇ? ਦੇਖੋ, ਜੇ ਤੁਸੀਂ ਗਵਰਨਮੈਂਟਸ ਦੇ ਵਿੱਚ ਜਾਣੇ ਤੇ ਪ੍ਰਾਈਵੇਟ, ਦੇਅਰ ਇਜ਼ ਅ ਡਿਫਰੈਂਸ। ਓਕੇ, ਗਵਰਨਮੈਂਟ ਦੇ ਵਿੱਚ ਸਹੂਲਤਾਵਾਂ ਦਿੱਤੀਆਂ ਜਾਂਦੀਆਂ ਨੇ, ਐਦਾਂ ਨਹੀਂ ਕਿ ਨਹੀਂ ਦਿੱਤੀਆਂ ਜਾਂਦੀਆਂ ਨੇ। ਅਵੇਲ ਕਰਨਾ ਪੈਂਦਾ ਡਾਕਟਰ ਨੂੰ ਕਿ ਉੱਥੇ ਡਾਕਟਰ ਹੈਗਾ ਕਿ ਨਹੀਂ ਹੈਗਾ। ਜ਼ਿਆਦਾਤਰ ਕੀ ਹੁੰਦਾ ਕਿ ਜਿਹੜੇ ਡਾਕਟਰਸ ਹੁੰਦੇ ਆ ਨਾ, ਜਿਹੜੇ ਤਾਂ ਅੱਛੇ ਹੋ ਗਏ ਆਪਣੇ ਪੇਸ਼ੇ ਵਜੋਂ, ਇਮਾਨਦਾਰ ਹੋ ਗਏ, ਹੈ ਨਾ, ਉਹ ਤਾਂ ਤੁਹਾਨੂੰ ਉੱਥੇ ਪ੍ਰੈਜ਼ੈਂਟ ਮਿਲੂਗੇ। ਕਈਆਂ ਦਾ ਹੁੰਦਾ ਕਿ ਉਹ ਆਪਣੇ ਕਲੀਨਿਕ 'ਤੇ ਉਹ ਕੀ ਕਰਦੇ ਨੇ ਕਿ ਬੋਲ ਦਿੰਦੇ ਨੇ ਕਿ ਤੁਸੀਂ ਆਓ ਸਾਡੇ ਕਲੀਨਿਕ ਤੋਂ ਟਰੀਟਮੈਂਟ ਲਓ, ਹੈ ਨਾ। ਇੱਥੇ ਉਹੀ ਚੀਜ਼ ਹੋ ਗਈ ਕਿ ਕੁਝ ਇਮਾਨਦਾਰ ਨੇ ਤੇ ਕੁਝ ਇਮਾਨਦਾਰ ਨਹੀਂ ਨੇ, ਠੀਕ ਹੈ। ਕਿਉਂਕਿ ਪੈਂਡੈਮਿਕ ਦੀ ਸਿਚੁਏਸ਼ਨ ਦੇ ਦੌਰਾਨ ਹਾਸੋਹੀਣੀ ਸਿਚੁਏਸ਼ਨ ਇਹ ਵੀ ਸੀ ਕਿ ਬਹੁਤ ਸਾਰਿਆਂ ਨੇ ਜਦੋਂ ਇੰਜੈਕਸ਼ਨ ਲਏ ਕੋਵਿਡਸ਼ੀਲਡ ਦੇ, ਤੇ ਉਸ ਤੋਂ ਬਾਅਦ ਉਹਦੀ ਡੈਥ ਹੋ ਗਈ, ਅਤੇ ਡੈਥ ਹੋਣ ਤੋਂ ਬਾਅਦ ਉਹਨਾਂ ਕੋਲ 6 ਮਹੀਨੇ ਬਾਅਦ ਉਹਨਾਂ ਦੇ ਐਕਟਿਵ ਮੋਬਾਈਲ ਦੇ ਅੰਦਰ ਮੈਸੇਜ ਆ ਰਿਹਾ ਕਿ ਤੁਹਾਨੂੰ ਦੂਸਰੀ ਡੋਜ਼ ਵੀ ਲਾ ਦਿੱਤੀ ਹੈ। ਯਾਨੀ ਕਿ ਉਹ ਬੰਦਾ ਮਰ ਗਿਆ ਪਰ ਉਹਨੂੰ ਦੂਜੀ ਡੋਜ਼ ਵੀ ਲੱਗ ਰਹੀ ਹੈ। ਮੇਰੇ ਕੋਲ ਨਾ ਇੱਕ ਡਾਟਾ ਪਿਆ 1918-20 ਦਾ, ਸਾਡੇ ਇੱਥੇ ਜਦੋਂ ਕੋਲਰਾ ਫੈਲਿਆ ਸੀ, ਤਾਂ ਜੋ ਚੀਜ਼ਾਂ ਮਤਲਬ 100 ਸਾਲ ਪਹਿਲਾਂ ਇੱਥੇ ਹੋ ਰਹੀਆਂ ਸੀ ਉਹੀ ਹੁਣ ਹੋ ਰਹੀਆਂ ਸੀ। ਜਦੋਂ ਵੈਕਸੀਨੇਸ਼ਨ ਨਵੀਂ ਆਈ,
ਮਤਲਬ ਇਹ ਔਨ ਰਿਕਾਰਡ ਹੈ, ਬ੍ਰਿਟਿਸ਼ ਗੈਜ਼ਟ ਦੇ ਵਿੱਚ ਇਹ ਰਿਕਾਰਡ ਹੈ ਵੀ ਇੱਥੇ ਮਸਲਾ ਕੀ ਬਣ ਗਿਆ ਕਿ ਪਹਿਲਾਂ ਤਾਂ ਇਹ ਰੌਲਾ ਪਾਇਆ ਗਿਆ ਕਿ ਇਹਦੇ ਵਿੱਚ ਗਾਂ ਜਾਂ ਸੂਰ ਦਾ ਕੋਈ ਉਹ ਲਿਆ ਗਿਆ, ਬਲੱਡ ਲਿਆ ਗਿਆ, ਤੇ ਦੂਸਰਾ ਉੱਥੇ ਇਹ ਲਿਆ ਗਿਆ, ਗੱਲ ਚੱਕੀ ਗਈ, ਮਤਲਬ ਉੱਥੇ ਸਾਫ਼ ਮੈਂਸ਼ਨ ਹੈ ਵੀ ਅੱਪਰ ਕਾਸਟ ਹਿੰਦੂ ਫੈਮਲੀਜ਼ ਦੇ ਵਿੱਚ ਤੇ ਅੱਪਰ ਕਾਸਟ ਮੁਸਲਿਮ ਉਹਦੇ ਵਿੱਚ ਇਹ ਕਿਹਾ ਗਿਆ ਵੀ ਸਾਡੀਆਂ ਔਰਤਾਂ ਮੇਲ ਡਾਕਟਰ ਦੇ ਕੋਲ ਨਹੀਂ ਜਾਣਗੀਆਂ। ਤੇ ਮਤਲਬ ਹੁਣ ਵੀ ਜਦ ਦੇਖਦੇ ਆਪਾਂ 100 ਸਾਲ ਬਾਅਦ ਜਦੋਂ ਕਰੋਨਾ ਆਇਆ ਤੇ ਜੋ ਹਾਲਾਤ ਉਸ ਵੇਲੇ ਸੀਗੇ ਔਨ ਰਿਕਾਰਡ ਪਿਆ ਸਭ ਕੁਝ, ਉਹੀ ਚੀਜ਼ ਹੁਣ ਸੀਗੀ। ਮਨਜੋਤ, ਮੈਂ ਜੋ ਤੁਹਾਨੂੰ ਸੁਣ ਰਿਹਾ ਸੀ, ਤੁਸੀਂ ਕਹਿ ਰਹੇ ਹੋ ਕਿ ਮੈਂ ਸਪੋਰਟਸ ਪਰਸਨ ਹਾਂ ਤੇ ਤੁਹਾਨੂੰ ਫਿਊਚਰ ਫਿਰ ਵੀ ਸਿਕਿਉਰ ਨਹੀਂ ਲੱਗਦਾ, ਕਿਉਂ? ਇਸ ਮੁੱਦੇ ਤੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਮੈਂ ਆਪਣੀ ਗੱਲ ਕਰਾਂ ਐਜ਼ ਅ ਸਪੋਰਟਸ ਪਰਸਨ ਰਾਹੋਂ ਸ਼ਹਿਰ ਦੀ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ, ਜੋ ਕਿ ਇੱਥੇ ਕਿ ਸਾਡੇ ਗਰਾਊਂਡ ਦੇ ਵਿੱਚ ਪੂਰੀਆਂ ਫੈਸਿਲਿਟੀਜ਼ ਪ੍ਰੋਵਾਈਡ ਨਹੀਂ ਕੀਤੀਆਂ ਜਾਂਦੀਆਂ। ਸਾਡਾ ਰਾਹੋਂ ਦਾ ਦੁਸ਼ਹਿਰਾ ਗਰਾਊਂਡ ਹੈ ਜੋ ਕਿ ਤਕਰੀਬਨ ਮੈਨੂੰ 10 ਸਾਲ ਹੋ ਗਏ ਖੇਡਦੇ ਨੂੰ। 10 ਕੁ ਸਾਲ ਪਹਿਲਾਂ ਸਟੇਡੀਅਮ ਬਣਨਾ ਤਿਆਰ ਹੋਇਆ ਸੀ, ਤੁਸੀਂ ਅੱਜ ਵੀ ਆ ਕੇ ਦੇਖ ਸਕਦੇ ਹੋ ਉੱਥੇ ਵਿਕਾਸ ਉੱਥੇ ਹੀ ਖੜਾ ਹੈ। ਫੱਟੇ ਹਜੇ ਵੀ ਉੱਥੇ ਦੇ ਉੱਥੇ ਨਹੀਂ ਪਏ ਨੇ, ਕੋਈ ਵੀ ਪ੍ਰੋਪਰ ਉੱਥੇ ਪ੍ਰਬੰਧ ਨਹੀਂ ਹੈ। ਸਭ ਤੋਂ ਵੱਡੀ ਗੱਲ ਹੁੰਦੀ ਹੈ ਪਾਣੀ ਦੀ। ਆਲੇ ਦੁਆਲੇ ਦੇ ਪਿੰਡਾਂ ਦੇ ਗਰਾਊਂਡਾਂ ਵਿੱਚ ਸਾਰਿਆਂ ਨਾਲੋਂ ਬੜੀ ਗਰਾਊਂਡ ਰਾਹੋਂ ਦੀ ਹੈ, ਪਰ ਉੱਥੇ ਕੋਈ ਵੀ ਵਿਕਾਸ ਨਹੀਂ। ਅੱਜ ਤੱਕ ਉੱਥੇ ਇੱਕ ਵੀ ਪਾਣੀ ਦੀ ਟੂਟੀ ਨਹੀਂ ਹੈ। ਵਾਟਰ ਕੂਲਰ ਦੀ ਗੱਲ ਤਾਂ ਦੂਰ ਦੀ, ਅੱਜ ਪਾਣੀ ਦੀ ਕੋਈ ਟੂਟੀ ਨਹੀਂ ਹੈ। ਜਦ ਵੀ ਕੋਈ ਟੂਰਨਾਮੈਂਟ ਹੁੰਦਾ ਹੈ ਤਾਂ ਸਾਨੂੰ ਆਲੇ ਦੁਆਲੇ ਕਿਤੇ ਜਾਂ ਗੁਰਦੁਆਰੇ ਤੋਂ ਸਪੈਸ਼ਲ ਵਾਟਰ ਕੂਲਰਸ ਵਗੈਰਾ ਭਰ ਕੇ ਲੈ ਕੇ ਆਉਣੇ ਪੈਂਦੇ ਨੇ। ਤਾਂ ਇਸ ਲਈ ਅਸੀਂ ਕਿੰਨੀ ਵਾਰ ਉਸ ਵੇਲੇ ਦੇ ਪ੍ਰਸ਼ਾਸਨ ਨੂੰ ਦੱਸਿਆ, ਪਰ ਅੱਜ ਤੱਕ ਕੋਈ ਗੱਲ ਨਹੀਂ ਗੋਲੀ। 2-3 ਸਰਕਾਰਾਂ ਅਜੇ ਤੱਕ ਬਦਲ ਚੁੱਕੀਆਂ ਨੇ, ਪਰ ਸਾਡਾ ਕੋਈ ਵੀ ਕਾਰਜ ਰਾਸ ਨਹੀਂ ਆ ਰਿਹਾ ਤੇ ਨਾ ਹੀ ਸਾਨੂੰ ਕੋਈ ਵੀ ਉੱਥੇ ਕੁਝ ਵੀ ਕਿੱਟ ਵਗੈਰਾ ਸਪਾਂਸਰ ਹੋ ਰਹੀ ਆ। ਇਹ ਤਾਂ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ ਨਰੋਆ ਪੰਜਾਬ ਦਾ, ਜਿਨ੍ਹਾਂ ਨੇ ਕਿ ਸਾਡੀ ਗੱਲ ਸੁਣੀ ਤੇ ਸਾਡੀ ਗੱਲ ਸੁਣ ਕੇ ਇੱਥੇ ਟੂਰਨਾਮੈਂਟ ਆਰਗੇਨਾਈਜ਼ ਕਰਾਇਆ, ਜਿਨ੍ਹਾਂ ਨਵੇਂ ਪਲੇਅਰਾਂ ਨੂੰ ਬਹੁਤ ਅੱਗੇ ਮੌਕਾ ਮਿਲਿਆ। ਤੇ ਰਾਹੋਂ ਸ਼ਹਿਰ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਹੋਂ ਸ਼ਹਿਰ ਦੇ ਵਿੱਚ 3-4 ਖੇਡਾਂ ਦੀਆਂ ਟੀਮਾਂ ਹੈ ਜੋ ਕਿ ਇੱਕ ਹੀ ਗਰਾਊਂਡ ਵਿੱਚ ਖੇਡਦੀਆਂ ਨੇ। ਤਾਂ ਇਹ ਸਭ ਤੋਂ ਵੱਡੀ ਮੁਸੀਬਤ ਹੈ। ਸ਼ਾਮ ਨੂੰ ਕਈ ਵਾਰ ਕ੍ਰਿਕਟ ਵੀ ਵਿੱਚੇ ਚੱਲਦਾ ਹੁੰਦਾ ਹੈ, ਕਬੱਡੀ ਵੀ ਤੇ ਵਾਲੀਬਾਲ ਵੀ। ਇਹ ਸਰ ਪਲੇਅਰਾਂ ਦਾ ਸਹਿਯੋਗ ਹੈ ਜੋ ਕਿ ਸਮੇਂ ਸਿਰ ਇੱਕ ਦੂਜੇ ਖੇਡ ਨੂੰ ਟਾਈਮ ਦਿੰਦੇ ਨੇ ਤੇ ਆਪਸ 'ਚ ਵਧੀਆ ਸੰਬੰਧ ਕਰਕੇ ਖੇਡਦੇ ਨੇ। ਤਾਂ ਸਰਕਾਰ ਨੂੰ ਇਸ ਬਾਰੇ ਥੋੜ੍ਹਾ ਦੇਖਣਾ ਚਾਹੀਦਾ ਤੇ ਸਾਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਨੇ। ਇਹ ਵੀ ਇੱਕ ਬੜੀ ਅਜੀਬ ਗੱਲ ਹੈ ਕਿ ਇਸ ਵਕਤ ਓਲੰਪਿਕ ਦੇ ਅੰਦਰ ਸਾਡੀ ਟੀਮ ਨੇ ਮੈਡਲ ਜਿੱਤਿਆ, ਪਰ ਪੰਜਾਬ ਦੇ ਅੰਦਰ ਐਸਟ੍ਰੋਟਰਫ ਪੰਜਾਬ 'ਚ ਜ਼ਿਲ੍ਹੇ 23 ਨੇ ਤੇ ਐਸਟ੍ਰੋਟਰਫ ਮੈਨੂੰ ਲੱਗਦਾ ਕਿ 5 ਵੀ ਨਹੀਂ ਹੈਗੇ। ਇਹ ਆਪਣੇ ਆਪ ਦੇ ਵਿੱਚ ਵੱਡੀ ਦਿੱਕਤ ਹੈ। ਕੋਈ ਇਸ ਪਾਸੇ ਤੋਂ ਕੋਈ ਕਹਿਣਾ ਚਾਹਵੇ, ਸਾਡਾ ਵੀਰ ਕੋਈ ਆਪਣੇ ਵਿਚਾਰ ਰੱਖਣਾ ਚਾਹਵੇ? ਜਿੱਦਾਂ ਤੁਸੀਂ ਫਸਟ ਆਫ ਆਲ ਸਟਾਰਟ ਹੀ ਕੀਤਾ ਸੀ ਕਮਿਊਨੀਕੇਸ਼ਨ ਗੈਪ, ਮੈਂ ਥੋੜ੍ਹਾ ਜਿਹਾ ਤੇ ਬੋਲਣਾ ਚਾਹਾਂਗਾ। ਅੱਜ ਪੰਜਾਬ 'ਚ ਕਮਿਊਨੀਕੇਸ਼ਨ ਗੈਪ ਬਹੁਤ ਜ਼ਿਆਦਾ ਹੋ ਚੁੱਕਾ ਹੈ ਜੀ, ਪੇਰੈਂਟਸ ਦਾ ਬੱਚਿਆਂ ਨਾਲ, ਉਸ ਤੋਂ ਬਾਅਦ ਕਮਿਊਨਿਟੀ ਦਾ ਸਿਸਟਮ ਨਾਲ ਆਪਣਾ, ਉਸ ਤੋਂ ਬਾਅਦ ਤੁਸੀਂ ਇਹ ਸੋਚ ਲਓ ਵੀ ਕਿ ਟੀਚਰਸ ਦਾ ਸਟੂਡੈਂਟ ਨਾਲ ਵੀ ਕਮਿਊਨੀਕੇਸ਼ਨ ਗੈਪ ਹੋ ਚੁੱਕਾ ਹੈ। ਉਹਨਾਂ ਨੂੰ ਕੋਈ ਅਸਲ ਰਾਏ ਨਹੀਂ ਦੇ ਰਹੇ। ਤਾਂ ਹੀ ਹੈ ਕਿ ਜਿਹੜੇ ਬੱਚੇ ਨੇ ਅੱਜ ਪਹਿਲਾਂ ਤਾਂ ਥੈਂਕਸ ਕਵਾਂਗੇ ਆਇਲਟ ਸੈਂਟਰਾਂ ਨੂੰ ਕਿ ਆਰਟਸ ਵਾਲਿਆਂ ਦੀ ਵੀ ਥੋੜ੍ਹੀ ਜਿਹੀ ਕੀਮਤ ਪੈ ਗਈ, ਕਿਉਂਕਿ ਅੱਜ ਕੱਲ੍ਹ ਮਾਂ ਪਿਓ ਇਹੀ ਸੋਚਦਾ ਵੀ ਨੌਨ ਮੈਡੀਕਲ ਜਾਂ ਮੈਡੀਕਲ ਕੀ ਕਰਾਉਣਾ, ਆਰਟਸ ਕਰਾ ਲਓ, ਬਾਅਦ 'ਚੋਂ ਪੈਸੇ ਲਾ ਦਾਂਗੇ, ਜਾਣਾ ਤਾਂ ਨਿਵਾਰ ਹੀ ਹੈ। ਸੋ ਇਸ ਕਰਕੇ ਥੋੜ੍ਹਾ ਜਿਹਾ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਕਿਉਂ ਬੱਚੇ ਇਹਨਾਂ ਸਬਜੈਕਟਾਂ ਤੋਂ ਉੱਪਰ ਉੱਠ ਰਹੇ ਨੇ, ਕਿ ਇਹਨਾਂ ਵਾਸਤੇ ਜੇ ਅਗਰ ਇਹਨਾਂ ਸਬਜੈਕਟਾਂ 'ਚ ਬੱਚੇ ਜਾਣਗੇ ਤਾਂ ਹੀ ਆਪਣਾ ਕੋਈ ਦੇਸ਼ ਅੱਗੇ ਵਧੇਗਾ। 1969 ਦੇ ਵਿੱਚ 500 ਸਾਲਾ ਸੀ ਗੁਰੂ ਨਾਨਕ ਪਾਤਸ਼ਾਹ ਦਾ, ਤੇ ਉਸ ਵਕਤ 37 ਕਾਲਜ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਈ ਗਈ ਤੇ ਉਸ ਵਕਤ 1-1000 ਸਟੂਡੈਂਟ ਆਮ 400 500 800 ਸਟੂਡੈਂਟ ਕਾਲਜਾਂ ਦੇ ਵਿੱਚ ਪੜ੍ਹਦੇ ਸੀ। ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਕਾਲਜ ਦੀ ਇਹ ਪੋਜੀਸ਼ਨ ਹੈ ਹੁਣ ਕਿ ਉੱਥੇ ਸਿਰਫ 150 ਬੱਚਾ ਰਹਿ ਗਿਆ। ਤੇ ਜਦੋਂ ਮੈਂ ਪ੍ਰੋਫੈਸਰ ਸਾਹਿਬ ਨੂੰ ਪੁੱਛਿਆ ਕਿ ਇਹਦਾ ਕਾਰਨ ਕੀ ਹੈ, ਉਹ ਕਹਿੰਦੇ +2 ਤੋਂ ਬਾਅਦ ਬੱਚੇ ਅੱਗੇ ਆ ਹੀ ਨਹੀਂ ਰਹੇ ਡਿਗਰੀ ਕਰਨ ਲਈ। ਤੁਹਾਡਾ ਤਜਰਬਾ ਕੀ ਕਹਿੰਦਾ ਹੈ ਜਦੋਂ ਇਹਨਾਂ ਸਾਰੇ ਨੌਜਵਾਨਾਂ ਨੂੰ ਤੁਸੀਂ ਸੁਣਦੇ ਹੋ? ਸਰ ਜੀ, ਵਾਹਿ ਖਾਲਸਾ ਵਾਹਿ ਫਤਿਹ। ਨੌਜਵਾਨ ਸਾਡੇ ਇੱਕ ਦੇਸ਼ ਦਾ ਭਵਿੱਖ ਨੇ। ਆਈ ਐਮ ਇੰਡੀਅਨ ਆਰਮੀ ਰਿਟਾਇਰਡ ਸੋਲਜਰ। ਸੋ 1 ਰੈਂਕ 1 ਪੈਨਸ਼ਨ ਸਾਡਾ ਉਹ ਹਜੇ ਕਿਲਿੰਗ ਨਹੀਂ ਹੋਇਆ ਤੇ ਐਜੂਟੇਸ਼ਨ ਅਸੀਂ ਕੀਤਾ 1963 ਵਿੱਚ ਇੰਡੀਅਨ ਆਰਮੀ ਜੁਆਇਨਿੰਗ ਕੀਤੀ ਅਸੀਂ। ਜਦ ਕਿ ਲੋਕੀ ਜਿਹੜੇ ਨੇ ਅਸੀਂ ਮਰਨ ਤੋਂ ਡਰਦੇ ਨਹੀਂ ਹੈਗੇ, ਲੋਕੀ ਘਰਾਂ ਨੂੰ ਡਰਦੇ ਸੀਗੇ। ਅਸੀਂ ਫੌਜ ਦੇ ਵਿੱਚ ਉਸ ਸਮੇਂ ਸਾਡੀ ਫਾਈਨਾਂਸ ਸਿਚੁਏਸ਼ਨ ਬਹੁਤ ਡਾਊਨ ਸੀਗੀ, 303 ਵੈਪਨ ਸੀ। ਸੋ ਅਸੀਂ ਅੱਗੇ ਫਾਰਵਰਡ ਏਰੀਆ 'ਤੇ ਰਹਿੰਦੇ ਆਏ। ਬੰਗਾਲ ਇੰਜੀਨੀਅਰ ਗੋਪਰਸਨ ਰੁੜਕੀ ਹੈ ਸੋਲਜਰ। ਸੋ ਦੈਨ 1971 ਦੇ ਵਿੱਚ ਅਸੀਂ ਬੰਗਲਾਦੇਸ਼ ਨੂੰ ਨਾ ਚੰਗਾ ਚਾਟਾ ਛਕਾਇਆ।
ਉਹਦੀ 95,000 ਫੌਜ ਨੂੰ ਅਸੀਂ ਰੈਸਟ ਕੀਤਾ। ਸੋ 1965 ਦੇ ਵਿੱਚ ਵੀ ਅਸੀਂ ਬਹੁਤ ਹੀ ਜ਼ਿਆਦਾ ਪਾਕਿਸਤਾਨ ਨੂੰ ਅਸੀਂ ਚਣਾ ਚੁਕਾਇਆ ਅਤੇ ਅਸੀਂ ਮਰਨ ਤੋਂ ਨਹੀਂ ਡਰਦੇ। ਸੋ ਸਾਡੇ ਐਕਸ ਸੋਲਜਰਾਂ ਨੂੰ ਕੋਈ ਆਦਮੀ ਇੱਥੇ ਨਾ ਪੁੱਛਦਾ ਨਹੀਂ ਹੈਗਾ। ਸਾਡਾ ਪਿਛਲਾ ਏਰੀਆ, ਸਾਡਾ ਪਿਛਲਾ ਬਕਾਇਆ, ਅਸੀਂ 200 ਰੁਪਈਆ ਸੈਲਰੀ ਲੈਂਦੇ ਸੀਗੇ, 100 ਰੁਪਈਆ, ਉਦੋਂ ਅਸੀਂ ਖੁਸ਼ ਸੀਗੇ। ਮਹਿੰਗਾਈ ਨੇ ਲੱਕ ਤੋੜ ਛੱਡੀ ਹੈ। ਨੌਜਵਾਨ ਮੇਰੇ ਦੇਸ਼ ਦੇ ਭਵਿੱਖ, ਨਾ ਇਹਨਾਂ ਵਾਸਤੇ ਪਾਰਕਿੰਗ ਨੇ, ਨਾ ਇਹਨਾਂ ਦੇ ਵਾਸਤੇ ਕੋਈ ਇੱਦਾਂ ਦਾ ਇੰਤਜ਼ਾਮ ਹੈ, ਕੋਈ ਹਸਪਤਾਲ ਦੇ ਵਿੱਚ ਇੰਤਜ਼ਾਮ ਨਹੀਂ। ਦਿਸ ਇਜ਼ ਵਾਟ ਐਵਰ ਅਬਾਊਟ ਦਿਸ ਬਲਡੀ ਗੌਰਮੈਂਟ ਇਹ ਹੁੰਦੀ ਹੈ ਕਿ ਗੌਰਮੈਂਟ, ਆਈ ਐਮ ਗੌਰਮੈਂਟ, ਯੂ ਆਰ ਏ ਗੌਰਮੈਂਟ ਹੇਅਰ, ਆਈ ਟੈਲ ਯੂ ਮੀ। ਸੋ ਦੈਨ ਸਾਡੇ ਸੋਹਣਾ ਵਸਦਾ ਰਹੇ ਪੰਜਾਬ, ਇਸ ਦੀ ਧਰਤੀ ਦੇ ਵਿੱਚ ਸੋਨਾ, ਕਣਕ, ਬਾਜਰਾ, ਮੱਕੀ, ਝੋਨਾ, ਮੱਖਣ, ਲੱਸੀ, ਦੁੱਧ, ਮਲਾਈ, ਮਿਲੇ, ਸਰੋਂ ਦਾ ਸਾਗ, ਸੋਹਣਾ ਵਸਦਾ ਰਹੇ ਪੰਜਾਬ। ਅਸੀਂ 1971 ਦੇ ਵਿੱਚ ਪਾਕਿਸਤਾਨ ਤੋਂ ਆਏ ਹਾਂ, ਲੈਲਪੁਰ ਡਿਸਟ੍ਰਿਕਟ ਦੇ ਸਾਡਾ, ਉੱਧਰ ਅਸੀਂ ਬਹੁਤ ਖੁਸ਼ ਸੀਗੇ। ਸਾਡੇ ਰਾਜਪੂਤ ਬਰਾਦਰੀ 33 ਲੱਖ ਵੋਟ ਹੈ। ਰਾਜਪੂਤ ਆਈ ਐਮ KS ਰਠੌਰ ਹੇਅਰ। ਸੋ ਦੈਨ ਚੌਹਾਨ ਗੋਤ, ਪਰਮਾਰ ਗੋਤ, ਸਾਡਾ ਰਾਜਪੂਤ, ਅਸੀਂ ਮਰਨੋਂ ਨਹੀਂ ਡਰਦੇ ਹੈਗੇ। ਇੱਕ ਰੇਲਵੇ ਸਟੇਸ਼ਨ ਰੋਕਿਆ, ਇੱਥੇ ਚੱਕ ਕੇ ਲੈ ਚਲੇ ਸੀ, ਬੜੀ ਇਡੀਅਟ ਮੈਨ। ਸੋ ਦੈਨ ਇੱਕ CID ਕੰਨੀ ਜਲੰਧਰੋਂ ਲੈ ਕੇ ਨਵਾਂ ਸ਼ਹਿਰ ਜ਼ਿਲ੍ਹਾ ਬਣ ਗਿਆ, ਪਹਿਲਾਂ ਤਹਿਸੀਲ ਸੀਗੀ। 88 ਦੇ ਵਿੱਚ ਲੋਕਾਂ ਨੂੰ ਪਾਣੀ ਦੇ ਵਿੱਚ ਕੱਢ ਕੇ ਲਿਆ ਕੇ ਅਸੀਂ ਇੱਥੇ ਗੁਰਦੁਆਰੇ ਸਾਹਿਬ ਦੇ ਵਿੱਚ ਐਡਮਿਨਿਸਟ੍ਰੇਸ਼ਨ ਕੀਤਾ। ਭੁੱਖੇ ਨੰਗੇ ਸਾਧੂ ਨਹੀਂ ਅਸੀਂ ਹੈਗੇ, ਅਸੀਂ ਸਾਰਾ ਗੁਰਦੁਆਰਾ ਸਿੰਘ ਸਭਾ ਲਾਰੀਆਂ ਦੀ ਮੈਨੇਜਮੈਂਟ ਕਮੇਟੀ ਦਾ ਮੈਂਬਰ ਹਾਂ। ਸੋ ਦੈਨ ਆਪ ਜੀ ਨੂੰ ਮੈਂ ਸੂਚਿਤ ਕਰਦਾ ਕਿ ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਸੋਚ ਸਮਝ ਕੇ ਵੋਟ ਪਾਇਓ ਕਿਸੇ ਨੂੰ। ਓਕੇ, ਆਲ ਦਾ ਬੈਸਟ, ਚੜ੍ਹਦੀ ਕਲਾ ਰਵੇ ਆਪ ਜੀ ਦੀ। ਓਕੇ, ਥੈਂਕ ਯੂ। ਇਹ ਆਪਣੇ ਉਹਦੇ ਵਿੱਚ ਪੋਜੀਸ਼ਨ ਵੇਖਣ ਵਾਲੀ ਹੈ ਕਿ ਆਹ ਸਾਰਿਆਂ ਦੇ ਵਿਚਾਰ ਲਵਾਂਗੇ। ਇਹ ਕੈਪਟਨ ਸਾਹਿਬ ਦੀ ਵੀ ਵਿਚਾਰ ਲਵਾਂਗੇ। ਇਹ ਆਪਣੇ ਉਹਦੇ ਦੇਖੋ ਵੀ ਹੈ ਵੀ ਨੌਜਵਾਨਾਂ ਦੀ ਵੀ ਉਹੀ ਪੋਜੀਸ਼ਨ ਹੈ, ਅਤੇ ਜਿਹੜੇ ਬਜ਼ੁਰਗ ਰਿਟਾਇਰ ਹੋ ਗਏ ਉਹਨਾਂ ਨੇ ਆਪਣੇ ਦੌਰ ਦੇ ਅੰਦਰ ਬੈਸਟ ਇਸ ਦੇਸ਼ ਨੂੰ ਸਰਵਿਸ ਦਿੱਤੀ। ਗੋਲੀਆਂ ਖਾਧੀਆਂ ਉਹਨਾਂ ਨੇ ਆਪਣੀਆਂ ਲੱਤਾਂ 'ਤੇ ਉਹ ਵੀ ਕਿਤੇ ਨਾ ਕਿਤੇ ਸੰਤੁਸ਼ਟ ਨਹੀਂ ਹੈਗੇ। ਥੋੜ੍ਹਾ ਮੈਂ ਇਹ ਜਾਣਨਾ ਚਾਹਾਂਗਾ, ਤੁਸੀਂ ਇਸ ਵਕਤ ਪੜ੍ਹ ਰਹੇ ਹੋ, ਸਾਰੇ ਸਟੂਡੈਂਟ ਹੋ, ਕਿਹੜੀ ਕਲਾਸ 'ਚ? ਮੈਂ ਲਾਅ ਕਰਦਾ ਜੀ। ਲਾਅ ਕਰ ਰਹੇ ਹੋ? ਹਾਂਜੀ। BCA। ਮੈਂ ਮਾਰਕੀਟਿੰਗ BTech ਕਰਦਾ। ਥੋੜ੍ਹਾ ਜਿਹਾ ਦੱਸੋਗੇ ਵੀ ਇਹ ਸਾਰੀ ਪੜ੍ਹਾਈ ਕਿਉਂ ਕਰ ਰਹੇ ਹੋ? ਇਸ ਤੋਂ ਬਾਅਦ ਤੁਹਾਨੂੰ ਕਿੱਥੇ ਲੱਗ ਰਿਹਾ ਵੀ ਕੀ ਅਪਲਾਈ ਕਰੋਗੇ, ਕੀ ਫਿਊਚਰ ਹੈ? ਪਹਿਲਾਂ ਤਾਂ ਸਾਡੀ ਜੋ ਸਟੱਡੀ ਕੰਪਲੀਟ ਹੋਊਗੀ, ਇਸ ਤੋਂ ਜਾਂ ਫਰਦਰ ਮਾਸਟਰਸ ਕਰਾਂਗੇ LLM, ਜਾਂ ਫਿਰ ਕਚਹਿਰੀਆਂ ਦੇ ਵਿੱਚ ਜਾਵਾਂਗੇ, ਡਿਸਟ੍ਰਿਕਟ ਕੋਰਟ ਦੇ ਵਿੱਚ ਸਿੱਖਣ, ਪ੍ਰੈਕਟਿਸ ਕਰਨ ਕਿ ਕਿੱਦਾਂ ਹੁੰਦੇ ਕੰਮ। ਪਹਿਲਾਂ ਤਾਂ ਇਹ ਆਪਸ਼ਨ ਆਊਗੀ। ਇਹ ਤੁਸੀਂ ਥੋੜ੍ਹਾ ਜਿਹਾ ਵਿਸ਼ਵਾਸ ਦੇ ਨਾਲ ਕਿਉਂ ਨਹੀਂ ਕਹਿ ਰਹੇ? ਮੈਨੂੰ ਐਂ ਕਿਉਂ ਲੱਗ ਰਿਹਾ ਵੀ ਤੁਹਾਨੂੰ ਫਿਰ ਵੀ ਕਿਤੇ ਨਾ ਕਿਤੇ ਕੋਈ ਛੱਛੋਪੰਜ ਹੈ? ਕਿਉਂਕਿ ਜਦੋਂ ਸਲਾਹਾਂ ਮਿਲਦੀਆਂ ਨਾ ਆਸੇ ਪਾਸੇ, ਫਿਰ ਇਹੀ ਮਿਲਦੀਆਂ ਕਿ ਹਲੇ ਵੀ ਇੰਡੀਆ ਦੇ ਵਿੱਚ ਕੁਝ ਹੈ ਨਹੀਂ। ਜੇ ਤੁਸੀਂ ਆਪਣਾ ਕੁਝ ਕਰਨਾ ਹੈ ਤਾਂ ਬਾਹਰ ਜਾ ਕੇ ਹੀ ਕਰੋ, ਇੱਥੇ ਤੁਹਾਨੂੰ ਕੁਝ ਨਹੀਂ ਮਿਲਣਾ। ਥੋੜ੍ਹਾ ਇਹ ਦੱਸੋ, ਤੁਸੀਂ ਸਾਰੇ ਬਾਹਰ ਜਾਣਾ ਚਾਹੁੰਦੇ ਹੋ? ਹਲੇ ਤਾਂ ਨਹੀਂ ਜਾਣਾ ਚਾਹੁੰਦੇ। ਜੇ ਇੱਥੇ ਕੁਝ ਨਾ ਬਣਿਆ ਫਿਰ ਸਾਨੂੰ ਵੀ ਬਾਹਰ ਜਾਣਾ ਹੀ ਪੈਣਾ। ਜੇ ਜਾਣਾ ਚਾਹੁੰਦੇ ਹੋ? ਨਹੀਂ, ਹਲੇ ਤਾਂ ਨਹੀਂ ਜੀ ਜਾਣਾ ਚਾਹੁੰਦੇ। ਹਲੇ ਨਹੀਂ ਜਾਣਾ ਚਾਹੁੰਦੇ। ਤੁਸੀਂ ਜਾਣਾ ਚਾਹੁੰਦਾ ਜਿਵੇਂ? ਓਕੇ, ਮੈਂ ਤਾਂ ਜ਼ਰੂਰ ਜਾਣਾ ਚਾਹੁੰਦਾ ਜੀ। ਕਿਉਂ ਜਾਣਾ ਚਾਹੁੰਦੇ ਹੋ ਤੁਸੀਂ? ਕਿਉਂਕਿ ਸਰ ਜਿਹੜੀ ਫੀਲਡ ਦੇ ਰਿਲੇਟਡ ਮੈਂ ਸਟੱਡੀ ਕਰ ਰਿਹਾ, ਉਸ ਫੀਲਡ ਦੀ ਇੱਥੇ ਮੈਨੂੰ ਉਸ ਲੈਵਲ ਦੀ ਸੈਲਰੀ ਨਹੀਂ ਮਿਲ ਰਹੀ। ਮੈਂ ਹੁਣ ਫੀਲਡ ਕਰ ਰਿਹਾ ਬਲੌਗਿੰਗ ਦੀ। ਬਹੁਤ ਘੱਟ ਲੋਕਾਂ ਨੂੰ ਇਸ ਚੀਜ਼ ਬਾਰੇ ਨੌਲੇਜ ਹੈਗੀ। ਉਹ ਮੈਂ ਇੰਟਰਨੈਟ ਵਗੈਰਾ ਤੋਂ ਸਟੱਡੀ ਕਰ ਰਿਹਾ। ਜੇ ਮੈਂ ਐਸੇ ਕਿਸੇ ਪਾਰਟੀਕੂਲਰ ਇੰਸਟੀਟਿਊਟ ਤੋਂ ਮੈਂ ਉਸ ਚੀਜ਼ ਦੀ ਸਟੱਡੀ ਕਰਾਂ ਤਾਂ ਫੀਸਿਸ ਬਹੁਤ ਜ਼ਿਆਦਾ ਨੇ, ਅਤੇ ਜੇ ਮੈਂ ਕਰ ਵੀ ਲਵਾਂ ਉਸ ਤੋਂ ਬਾਅਦ ਵੀ ਮੈਨੂੰ 12 ਤੋਂ 20,000 ਦੇ ਵਿੱਚ ਸੈਲਰੀ ਮਿਲਣੀ ਹੈ। ਜਦ ਕਿ ਬਾਹਰ ਉਹੀ ਜੋ ਸੈਲਰੀ ਮਿਲਦੀ ਹੈ ਉਹ 56 ਲੱਖ ਸਾਲ ਦੀ ਮਿਲਦੀ ਹੈ। ਤਾਂ ਫਿਰ ਮੈਂ ਹੁਣ 12,000 ਨੂੰ ਪ੍ਰੈਫਰ ਕਰੂੰਗਾ ਜਾਂ ਸਾਲ ਦਾ 56 ਲੱਖ। ਇਸ ਕਰਕੇ ਮੇਰਾ ਬਾਹਰ ਜਾਣ ਦਾ ਜ਼ਿਆਦਾ ਇੱਛੁਕ ਹੈਗਾ। ਮੈਂ ਇਸ ਕਰਕੇ ਬਾਹਰ ਜਾਣਾ ਮੈਂ ਪ੍ਰੈਫਰੈਂਸ ਕਰਦਾ ਹਾਂ, ਕਿਉਂਕਿ ਬਾਹਰ ਜਾ ਕੇ ਥੋੜ੍ਹੀ ਲਾਈਫ ਅਤੇ ਲਾਈਫ ਸਟਾਈਲ ਬਦਲ ਜਾਂਦਾ ਅਤੇ ਸੈਲਰੀ ਥੋੜ੍ਹੀ ਜ਼ਿਆਦਾ ਮਿਲਦੀ ਹੈ ਜੋ ਐਜ਼ ਕੰਪੇਅਰ ਟੂ ਇੰਡੀਆ। ਬਾਹਰ ਜਾਣ ਦਾ ਇੱਕ ਜਿਹੜਾ ਬੁਨਿਆਦੀ ਆਪਾਂ ਕਾਰਨ ਦੇਖ ਰਹੇ ਹਾਂ ਜਾਂ ਸਿਸਟਮ ਸਮਝ ਰਹੇ ਹਾਂ, ਉਹ ਇਹੋ ਹੈ ਕਿ ਬੰਦਿਆਂ ਨੂੰ ਐਂ ਲੱਗਦਾ ਕਿ ਬਾਹਰ ਜਾ ਕੇ ਇੱਕ ਸਿਕਿਉਰਿਟੀ ਹੈ। ਤੁਸੀਂ ਵੀ ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਰਹੇ ਹੋ, ਤੁਹਾਨੂੰ ਕੀ ਲੱਗਦਾ ਕਿ ਫਿਰ ਇੱਕ ਗੁੱਡ ਗਵਰਨੈਂਸ ਕੀ ਹੋਵੇ, ਉਹ ਇਸ ਪੂਰੇ ਸਿਸਟਮ ਨੂੰ ਕਿਵੇਂ ਸਮਝੇ, ਕੀ ਪੋਸੀਬਿਲਿਟੀਜ਼ ਹੋ ਸਕਦੀਆਂ? ਇਲੈਕਸ਼ਨ ਆਉਣ ਵਾਲਾ, ਕੀ ਵਿਚਾਰਾਂ ਹੋ ਸਕਦੀਆਂ ਤੁਹਾਡੇ ਮੁਤਾਬਕ? ਦੇਖੋ, ਥੋੜੀ ਜਿਹੀ ਇੱਥੇ ਵੀ ਘਾਟ ਹੈਗੀ ਆ। ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਨਰੋਆ ਪੰਜਾਬ ਵਾਲਿਆਂ ਦਾ। ਬਹੁਤ ਵਧੀਆ ਉਹਨਾਂ ਨੇ ਅੱਜ ਇਹ ਸੱਥ ਦਾ ਇੱਕ ਪ੍ਰੋਗਰਾਮ ਰੱਖਿਆ, ਜਿਸ 'ਚ ਸਾਰਿਆਂ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਮਿਲਿਆ ਆ। ਥੋੜੀ ਜਿਹੀ ਇਹਦੇ ਵਿੱਚ ਸਾਡੀ ਆਪਣੀ ਹੀ ਘਾਟ ਆ। ਤੁਸੀਂ ਇਹ ਦੇਖ ਲਓ ਕਿ ਅਸੀਂ ਮੰਗਣਾ ਹੀ ਨਹੀਂ ਚਾਹਦੇ ਸਰਕਾਰ ਦੇ ਕੁਛ। ਉਹਨਾਂ ਨੇ ਵੋਟਾਂ ਲੈਣ ਆਉਣਾ, ਅਸੀਂ ਚੁੱਪਚਾਪ ਪਾ ਦੇਣੀਆਂ। ਬੋਲਦੇ ਲੋਕ ਮੈਂ ਬਹੁਤ ਘੱਟ ਸੁਣਿਆ ਜਿਹੜੇ ਆਪਣੇ ਰਾਈਟਸ ਮੰਗਣਾ ਚਾਹੁੰਦੇ ਆ।
ਹੁਣ ਅੱਜ ਦਾ ਪ੍ਰੋਗਰਾਮ ਦੇ ਵਿੱਚ ਵੀ ਅੱਧੇ ਲੋਕ ਸਾਨੂੰ ਅਧੂਰਾ ਇੱਥੇ ਛੱਡ ਕੇ ਨਾ ਪ੍ਰੋਗਰਾਮ ਪੂਰਾ ਹੋਣ ਨਹੀਂ ਦਿੱਤਾ ਹੈਗਾ, ਵਿੱਚੋਂ ਚਲ ਗਏ। ਇਹੀ ਜਿਹੜੀ ਆ ਸਾਡੇ ਵਿੱਚ ਇੱਕ ਸਭ ਤੋਂ ਵੱਡੀ ਕਮੀ ਆ, ਇਹੀ ਘਾਟ ਆ। ਪ੍ਰੋਗਰਾਮ ਦੇਖੋ ਲੀਕਿਆ ਗਿਆ ਆ, ਇਹਦੇ ਵਿੱਚ ਸਾਡੇ ਵਾਸਤੇ ਪ੍ਰੋਗਰਾਮ ਸੀ, ਤੁਸੀਂ ਸਾਡੀ ਆਵਾਜ਼ ਜਿਹੜੀ ਆ ਸਰਕਾਰ ਤੱਕ ਪਹੁੰਚਾਉਣ ਲਈ ਸਾਡੇ ਤੱਕ ਆਏ ਆ, ਹਨਾ। ਅਸੀਂ ਆਪਣੀ ਗੱਲ ਜਦ ਰੱਖਣਾ ਹੀ ਨਹੀਂ ਚਾਹੁੰਦੇ, ਬੋਲਣਾ ਨਹੀਂ ਚਾਹੁੰਦੇ, ਮੈਂ ਪਹਿਲਾਂ ਵੀ ਇਹੀ ਗੱਲ ਕਹੀ ਆ, ਤੇ ਕਿਸੇ ਨੂੰ ਕਿੱਦਾਂ ਸੁਣੇਗੀ? ਤੁਸੀਂ ਬੋਲੋ, ਮੰਗੋ ਤਾਂ ਸਹੀ, ਕਿੱਦਾਂ ਨਹੀਂ ਮਿਲੂਗਾ। ਮੈਂ ਪਹਿਲਾਂ ਵੀ ਇਹ ਗੱਲ ਕਹੀ ਆ, ਡਾਕਟਰ ਕੋਲ ਅਸੀਂ ਚੱਲ ਜਾਵਾਂਗੇ, ਡਾਕਟਰ ਨੇ ਆਪਣੀ ਮਰਜ਼ੀ ਨਾਲ ਮੈਡੀਸਨ ਨਹੀਂ ਦੇਣੀ, ਅਸੀਂ ਦੱਸਾਂਗੇ ਸਾਨੂੰ ਕੀ ਤਕਲੀਫ ਆ, ਉਸ ਤੋਂ ਬਾਅਦ ਜਿਹੜੀ ਮੈਡੀਸਨ ਮਿਲਦੀ ਆ, ਕਿਸੇ ਨੂੰ ਟੈਸਟ ਕਰਕੇ ਮੈਡੀਸਨ ਮਿਲਦੀ। ਜੇ ਅਸੀਂ ਵੀ ਆਪਣੀ ਕਿਸੇ ਸਰਕਾਰ ਅੱਗੇ ਡਿਮਾਂਡ ਰੱਖਾਂਗੇ, ਕੋਈ ਮੰਗ ਰੱਖਾਂਗੇ, ਸਰਕਾਰ ਉਹ 'ਤੇ ਵਿਚਾਰ ਵਿਮਰਸ਼ ਕੁਛ ਵੀ ਕਰੇਗੀ, ਸਾਨੂੰ ਉਹਦਾ ਕੋਈ ਤਾਂ ਕੋਈ ਰਿਜ਼ਲਟ ਆਏਗਾ। ਤੁਸੀਂ ਦੱਸੋ ਸਰਕਾਰਾਂ, ਮੈਂ ਪਹਿਲਾਂ ਵੀ ਦੱਸਿਆ, ਸਰਕਾਰਾਂ ਤੁਹਾਡੀਆਂ ਬਣਾਈਆਂ ਹੋਈਆਂ ਆ, ਤੁਹਾਡੇ ਵਾਸਤੇ ਹੀ ਬਣਾਈਆਂ ਗਈਆਂ। ਜਨਤਾ ਆਪਣੀ ਆਵਾਜ਼ ਚੱਕੇ, ਸਾਰਾ ਕੁਝ ਜ਼ਰੂਰ ਮਿਲੂਗਾ, ਪਰ ਅਸੀਂ ਸਰਕਾਰਾਂ ਦੱਸਣਾ ਨਹੀਂ ਚਾਹੁੰਦੇ। ਹੁਣ ਇਲੈਕਸ਼ਨ ਆਉਣਾ, ਚੁੱਪਚਾਪ ਵੋਟ ਸਾਰਿਆਂ ਨੇ ਪਾਣੀ ਆ, ਔਰ ਲੀਡਰ ਇਹਨਾਂ ਦੀਆਂ ਗਲੀਆਂ ਵਿੱਚ, ਸੜਕਾਂ ਇਹਨਾਂ ਦੇ ਘਰਾਂ ਦੇ ਵਿੱਚ ਹੀ ਆਉਂਦੇ ਆ, ਉੱਥੇ ਕਿਸੇ ਨੇ ਉਹਨਾਂ ਦਾ ਵਿਰੋਧ ਨਹੀਂ ਕਰਨਾ ਹੈਗਾ। ਹਰ ਬੰਦੇ ਨੇ ਚੁੱਪਚਾਪ ਵੋਟ ਪਾਣੀ ਆ, ਆਵਾਜ਼ ਚੁੱਕਾਂਗੇ ਤਦੇ ਮਿਲਣੇ ਆ। ਪਹਿਲਾਂ ਵੀ ਕਿਹਾ, ਹੱਕ ਮੰਗਿਆ ਨਹੀਂ ਮਿਲਦੇ, ਹੱਕ ਲੈਣੇ ਪੈਂਦੇ ਆ। ਤੇ ਤੁਸੀਂ ਦੱਸੋ, ਨਿਕਲੋ ਬਾਹਰ, ਮਕਾਨਾਂ ਤੋਂ ਜੰਗ ਲੜੋ ਬੇਈਮਾਨਾਂ ਤੋਂ, ਦੱਸੋ ਆਪਣੀਆਂ ਪ੍ਰੋਬਲਮਾਂ। ਇਹਨਾਂ ਦੀ ਕਿਆ ਜ਼ਰੂਰਤ ਵਾ, ਤੁਹਾਡੀ ਨਾ ਸੁਣੂਗੇ। ਇਹ ਤੁਹਾਡੇ ਲਈ ਆ, ਤੁਸੀਂ ਇਹਨਾਂ ਨੇ ਨਹੀਂ ਹੈਗੀ। ਇਹਨਾਂ ਨੂੰ ਜਿਹੜੀਆਂ ਸੈਲਰੀਆਂ, ਜੋ ਫੈਸਿਲਿਟੀਆਂ ਮਿਲੀਆਂ ਹੋਈਆਂ ਆ, ਉਹ ਤੁਹਾਡੇ ਪੇ ਕੀਤੇ ਹੋਏ ਟੈਕਸ ਨਾਲ ਆ। ਇਹ ਨਾ ਸੋਚੋ ਤੁਸੀਂ ਟੈਕਸ ਪੇ ਨਹੀਂ ਕਰਦੇ, ਹਰ ਇੱਕ ਖਾਣ ਪੀਣ ਵਾਲੀ ਚੀਜ਼ ਦੇ ਨਾਲ ਟੈਕਸ ਐਡ ਕੀਤਾ ਹੋਇਆ ਆ। ਹਰ ਆਮ ਤੇ ਖਾਸ ਹਰ ਜਨਤਾ ਟੈਕਸ ਪੇ ਰਹੀ ਆ। ਇਹਨਾਂ ਦੀ ਵਜ੍ਹਾ ਦੇ ਨਾਲ ਹੀ ਇਹਨਾਂ ਦੇ ਘਰ ਚੱਲਦੇ ਆ। MP MLA ਜੋ ਵੀ ਜਿੰਨੇ ਵੀ ਹੈਗੇ ਵੋਟਾਂ ਦੇ ਨਾਲ ਜਿੱਤੇ ਹੋਏ ਆ। ਆਵਾਜ਼ ਚੱਕੋ ਤੇ ਜਿੱਤਾਂਗੇ, ਤਦੇ ਹੀ ਕੁਝ ਮਿਲਣਾ ਆ। ਜੀ ਵਾਰੋ ਵਾਰੀ ਆਵਾਂਗੇ। ਇੱਕ ਮੈਂ ਸਨੀ ਇਹ ਵੀ ਸਮਝਣਾ ਚਾਹੁੰਦਾ ਸੀ ਕਿ ਦੇਖੋ, ਐਜੂਕੇਸ਼ਨ, ਤੁਸੀਂ ਅੱਗੇ ਹੀ ਆ ਜਾਓ। ਐਜੂਕੇਸ਼ਨ ਦੇ ਵਿੱਚ ਆਪਾਂ ਦੱਸਿਆ ਕਿ ਕਿਸ ਤਰ੍ਹਾਂ ਠੇਕੇਦਾਰੀ ਸਿਸਟਮ ਹੈ। ਕਦੀ ਤਾਂ ਇੰਜ ਲੱਗਦਾ ਕਿ ਪੰਜਾਬ ਪੂਰਾ 40 ਠੇਕੇ ਤੇ ਰਿਹਾ ਆ। ਠੀਕ ਹੈ, ਤੁਸੀਂ ਵੀ ਲੀਡਰਾਂ ਵਾਂਗੂ ਬੈਠੋ ਨਾ, ਮੇਰੇ ਕੋਲ ਆਓ। ਤੇ ਹੈਲਥ ਦੇ ਵਿੱਚ ਵੀ ਇਹੀ ਦੇਖ ਰਹੇ ਆਪਾਂ ਜੀ। ਆਸ਼ਾ ਵਰਕਰ, ਮਲਟੀਪਰਪਸ ਹੈਲਥ ਵਰਕਰ, ਸਟਾਫ ਨਰਸ, ਡਾਕਟਰ, ਨੈਸ਼ਨਲ ਹੈਲਥ ਮਿਸ਼ਨ ਦੇ ਜਿੰਨੇ ਵੀ ਬੰਦੇ ਆ, ਤੇ ਸਾਰੇ ਦਾ ਸਾਰਾ ਪੰਜਾਬ ਨੂੰ ਚਲਾ ਰਹੇ ਆ, ਹੈਲਥ ਨੂੰ ਚਲਾ ਰਹੇ ਆ, ਤੇ ਸਾਰਾ ਠੇਕੇਦਾਰੀ ਸਿਸਟਮ ਹੈ। ਤੇ ਰੈਗੂਲਰ ਬੰਦਿਆਂ ਦਾ ਤੇ ਕਰੋਨਾ ਦੇ ਦੌਰਾਨ ਇੱਥੋਂ ਤੱਕ ਵੀ ਸ਼ਿਕਾਇਤਾਂ ਆਉਂਦੀਆਂ ਰਹੀਆਂ ਕਿ ਇਹਨਾਂ ਨੇ ਜਿਹੜੇ ਕੱਚੇ ਮੁਲਾਜ਼ਮ ਉਹਨਾਂ ਨੂੰ ਅੱਗੇ ਕਰਤਾ, ਜਿਹੜੇ ਪਿੱਛੇ ਆ। ਜਾਂ ਇੱਕ ਕਿਸੇ ਵੀ ਡਿਸਟ੍ਰਿਕਟ ਕੋਰਟ ਦੇ ਅੰਦਰ ਜਾਣਾ ਹੋਵੇ ਜਾਂ ਕਿਸੇ ਵੀ ਸਰਕਾਰੀ ਦਫ਼ਤਰ ਦੇ ਅੰਦਰ ਜਾਣਾ ਹੋਵੇ, ਤੇ ਬੰਦਾ ਪੈਰ ਧਰਦੇ ਹੋਏ ਡਰ ਰਿਹਾ ਹੁੰਦਾ ਹੈ ਕਿ ਸਾਹਮਣੇ ਵਾਲਾ ਬੰਦਾ ਸਾਨੂੰ ਕਿਵੇਂ ਟਰੀਟ ਕਰੇਗਾ, ਇਹ ਡਾਂਟੇਗਾ ਕਿ ਨਹੀਂ ਡਾਂਟੇਗਾ, ਜਾਂ ਉਹਨੂੰ ਬੇਸਿਕ ਕਾਗਜ਼ੀ ਕਾਰਵਾਈ ਦਾ ਹੀ ਨਹੀਂ ਪਤਾ। ਜਿਹੜੀ ਗੁੱਡ ਗਵਰਨੈਂਸ ਹੈ ਉਹਦੇ ਵਿੱਚ ਵੋਟਿੰਗ ਨੂੰ ਲੈ ਕੇ ਵੀ ਉਸ ਤਰ੍ਹਾਂ ਦੀ ਜਾਣਕਾਰੀ ਨਹੀਂ ਹੈਗੀ। ਵੋਟ ਤੋਂ ਬਾਅਦ ਜਦੋਂ ਸਰਕਾਰ ਚੁਣ ਲਈ ਜਾਵੇ, ਸਰਕਾਰ ਜਿਸ ਤਰ੍ਹਾਂ ਦੀ ਗਵਰਨੈਂਸ ਚਲਾਉਂਦੀ ਹੈ, ਉਹਦੇ ਬਾਰੇ ਵੀ ਆਮ ਬੰਦੇ ਦੀ ਉਸ ਤਰ੍ਹਾਂ ਦੀ ਜਾਣਕਾਰੀ ਨਹੀਂ ਹੈਗੀ। ਤੁਹਾਨੂੰ ਕੀ ਲੱਗ ਰਿਹਾ ਕਿ ਇਹ ਸਿਸਟਮ ਕਿੱਥੋਂ ਕੁ ਤੱਕ ਦੁਬਾਰਾ ਰੀਡਿਜ਼ਾਈਨ ਕਰਨਾ ਪਏਗਾ, ਦੁਬਾਰਾ ਇਹਨੂੰ ਐਜੂਕੇਟ ਕਰਨਾ ਪਏਗਾ? ਦੇਖੋ, ਇਹਦੇ ਵਿੱਚ ਗੱਲ ਇਹ ਆਉਂਦੀ ਆ, ਪਹਿਲਾਂ ਤਾਂ ਸਵਾਲ ਇਹ ਆ ਵੀ ਤੁਸੀਂ ਕੀ ਡਿਜ਼ਰਵ ਕਰਦੇ ਆ। ਆਪਾਂ ਆਵਾਮ ਦੀ ਗੱਲ ਕਰਦੇ ਆ, ਆਵਾਮ ਡਿਜ਼ਰਵ ਕੀ ਕਰਦੀ ਆ, ਆਵਾਮ ਚਾਹੁੰਦੀ ਕੀ ਆ। ਜਿਵੇਂ ਤੁਸੀਂ ਸਵਾਲ ਕੀਤਾ ਹੈ ਕਿ ਤੁਹਾਨੂੰ ਲੋਕਾਂ ਨੂੰ ਅਵੇਅਰਨੈਸ ਨਹੀਂ ਹੈ, ਲੋਕ ਉੱਥੇ ਜਾਂਦੇ ਨਹੀਂ ਆ। ਸਵਾਲ ਲੋਕਾਂ ਤੋਂ ਵੀ ਹੈ ਕਿ ਕੀ ਲੋਕ ਖੁਦ ਅਵੇਅਰ ਹੋਣਾ ਚਾਹੁੰਦੇ? ਸਾਡੇ ਜਿਹੜੇ ਮਸਲੇ ਆ ਉਹ ਕੀ ਬਣ ਗਏ ਆ। 2016 ਦੀ ਗੱਲ ਹੈ, ਯਾਦ ਹੈ, ਮੈਂ ਚੰਡੀਗੜ੍ਹ ਪੜ੍ਹਦਾ ਸੀ ਉਦੋਂ, ਤੇ ਉੱਥੋਂ ਅਮਰੀਕਾ ਦੇ ਵਿੱਚ ਜਿਹੜੇ ਇਲੈਕਸ਼ਨ ਸੀਗੇ, ਜਦੋਂ ਟਰੰਪ ਦੀ ਸਰਕਾਰ ਬਣਦੀ ਆ, ਤਾਂ ਉਸ ਵੇਲੇ ਉੱਥੋਂ ਦੇ ਗਵਰਨਰਸ ਆਏ ਹੋਏ ਸੀਗੇ। ਉੱਥੇ ਦਾ ਜਿਹੜਾ ਪਾਰਟੀ ਸਿਸਟਮ ਹੈ ਅਲੱਗ ਤਰ੍ਹਾਂ ਦਾ ਹੈਗਾ, ਡੈਮੋਕ੍ਰੇਸੀ ਕਾਫੀ ਸਤਰ 'ਤੇ ਹੁੰਦੀ ਆ। ਇੱਥੇ ਤਾਂ ਇਹ ਆ ਕਿ ਪਾਰਟੀ ਵੱਲੋਂ ਜੇ ਕੋਈ ਥੋਪ ਦਿੱਤਾ ਗਿਆ ਤਾਂ ਸਾਰਿਆਂ ਨੂੰ ਉਹਦੀ ਪ੍ਰਵਾਨਗੀ ਜਿਹੜੀ ਆ ਉਹਦੀ ਲਾਣੀ ਪੈਂਦੀ ਆ। ਤੇ ਉੱਥੇ ਦਾ ਸਿਸਟਮ ਇਹ ਆ ਕਿ ਪਹਿਲਾਂ ਛੋਟੇ ਲੈਵਲ ਤੋਂ ਲੀਡਰ ਉੱਠਦੇ ਆ, ਫਿਰ ਉਹਨਾਂ 'ਚੋਂ ਸਿਲੈਕਸ਼ਨ ਹੁੰਦੀ ਆ, ਫਿਰ ਉੱਪਰ ਇਸ ਤਰ੍ਹਾਂ ਚੱਲਦਾ। ਉਹ ਸਾਨੂੰ ਸਵਾਲ ਕਰ ਰਹੇ ਸੀਗੇ, ਅਮਰੀਕਾ ਤੋਂ 2 ਸਟੇਟਸ ਦੇ ਗਵਰਨਰ ਸੀਗੇ, ਕਿ ਤੁਹਾਡੇ ਮਸਲੇ ਕਿਹੜੇ ਆ, ਤੁਹਾਡੇ ਕੁਐਸਚਨ ਕਿਹੜੇ ਹੈਗੇ ਆਉਂਦੇ, ਕਿਹੜੇ ਸਵਾਲ ਉੱਥੇ ਹੁੰਦੇ ਆ। ਤੇ ਉਹਦੇ ਵਿੱਚ ਹੈਲਥ ਐਜੂਕੇਸ਼ਨ ਤਾਂ ਕਦੀ ਮਸਲਾ ਨਹੀਂ ਬਣਿਆ ਜੀ। ਪਹਿਲੀ ਗੱਲ ਤਾਂ ਇਹਦੇ 'ਚ ਇਹ ਆ। ਦੂਸਰਾ, ਲੋਕਾਂ ਦਾ ਵੀ ਕੀ ਆ, ਅਸੀਂ ਚਾਹੁੰਦੇ ਕੀ ਆ, ਤੁਹਾਡੇ ਮਸਲੇ ਕੀ ਆ। ਜਿਵੇਂ ਪਹਿਲਾਂ ਵੀ ਗੱਲ ਹੋਈ ਆ ਵੀ ਨਾਲੀਆਂ, ਪੱਕੀਆਂ ਸੜਕਾਂ, ਫ੍ਰੀ ਯੂਨਿਟ, ਆਟਾ ਦਾਲ ਸਕੀਮ। ਮੈਨੂੰ ਯਾਦ ਹੈ ਕਿ ਮੈਨੂੰ ਪੌਣੇ ਕੁ 2 ਸਾਲ ਸਰਕਾਰੀ ਸਕੂਲ 'ਚ ਪੜ੍ਹਨ ਦਾ ਮੌਕਾ ਮਿਲਿਆ। ਸਾਡੇ ਨਾਲ, ਮੇਰਾ ਪਿੰਡ ਜਾਫਰਪੁਰ ਆ, ਇੱਥੋਂ ਨੇੜੇ ਪੈਂਦਾ, ਉਹਦੇ ਨਾਲ ਸਕੂਲ ਹਿਆਲਾ ਸਕੂਲ ਹੈ, ਹੁਣ ਉਹ ਸੀਨੀਅਰ ਸੈਕੰਡਰੀ ਬਣ ਗਿਆ। ਤੇ ਉੱਥੇ ਨਾ ਮੈਂ, ਕਿਉਂਕਿ ਉਸ ਤੋਂ ਪਹਿਲਾਂ ਮੈਂ ਪ੍ਰਾਈਵੇਟ ਸਕੂਲ 'ਚ ਪੜ੍ਹਿਆ ਸੀ, ਉੱਥੇ ਬੜੀ ਹੈਰਾਨੀ ਹੋਈ ਇਸ ਗੱਲ ਦੀ। ਉੱਥੇ ਵਾਢੀਆਂ ਦੀ ਛੁੱਟੀਆਂ ਹੁੰਦੀਆਂ ਸੀ, ਮੇਰੇ ਲਈ ਬੜੀ ਹੈਰਾਨੀ ਵਾਲੀ ਗੱਲ ਸੀ। ਸਰਕਾਰੀ ਸਕੂਲ 'ਚ ਕਨਸੈਪਟ ਹੁੰਦਾ ਸੀ, ਜਿਹੜੇ ਮੇਰੇ ਦੌਰ ਦੇ ਉਸ ਟਾਈਮ ਦੇ ਪੜ੍ਹੇ ਹੋਣਗੇ ਉਹਨਾਂ ਨੂੰ ਪਤਾ ਹੋਏਗਾ ਕਿ ਵਾਢੀਆਂ ਦੀ ਛੁੱਟੀਆਂ ਦਾ ਕਨਸੈਪਟ ਸੀ, ਕਿ ਵਾਢੀ ਕਰਦੇ ਸੀ ਲੋਕ, ਉਹਦੇ ਨਾਲ ਜੁੜੇ ਰਹਿੰਦੇ ਸੀ। ਹੁਣ ਉਹ ਚੀਜ਼ ਖਤਮ ਹੋ ਗਈ।
ਲੋਕ ਉਹਦੇ ਤੇ ਜੁੜ ਗਏ ਤੇ ਜਦ ਤੱਕ ਕੰਪੀਟੀਸ਼ਨ ਨਹੀਂ ਹੋਏਗਾ ਤਾਂ ਆਪਾਂ ਕੰਮ ਕਿਉਂ ਕਰਾਂਗੇ। ਸਾਨੂੰ ਫ੍ਰੀਬੇਜ਼ ਮਿਲਦੀਆਂ। ਮੈਂ ਫੇਸਬੁੱਕ ਦੀ ਵੀ ਅੱਗੇ 2-3 ਸਾਲ ਪਹਿਲਾਂ ਰੌਲਾ ਚੱਲਿਆ ਸੀਗਾ, ਫ੍ਰੀਬੇਜ਼ ਦੀ ਗੱਲ ਚੱਲੀ ਆ, ਤੁਹਾਨੂੰ ਲੋਕਾਂ ਨੂੰ ਫ੍ਰੀ ਚੀਜ਼ਾਂ ਦੇ ਦਿਓ ਟਾਈਮ ਤੱਕ। ਜਿਵੇਂ ਆਪਾਂ ਹਿਸਟਰੀ ਪੜ੍ਹਦੇ ਆ, ਉਹਦੇ ਵਿੱਚ ਆਪਾਂ ਦੇਖਦੇ ਸੀ ਵੀ ਜਦੋਂ ਅੰਗਰੇਜ਼ ਕਿਸੇ ਦੀ ਰਿਆਸਤ ਕਵਰ ਕਰ ਲੈਂਦੇ ਸੀਗੇ ਤਾਂ ਉਹਨੂੰ ਇੱਕ ਪਾਰਟਿਕੂਲਰ ਪੈਨਸ਼ਨ ਲਾ ਦਿੰਦੇ ਸੀਗੇ ਵੀ ਤੁਸੀਂ ਗੁਜ਼ਾਰੇ ਜੋਗਾ ਤੁਸੀਂ ਲਈ ਜਾਓ, ਬਾਕੀ ਬਹੁਤ ਹੈ, ਬਾਕੀ ਸਭ ਕੁਝ ਸਾਡਾ। ਜਿਵੇਂ ਇੱਥੇ ਮੈਡਮ ਨੇ ਵੀ ਗੱਲ ਕੀਤੀ ਟੈਕਸ ਪੇਅਰ ਦੀ, ਤਾਂ ਲੋਕਾਂ ਦਾ ਰਾਈਟ ਹੈ, ਲੋਕਾਂ ਦੇ ਹੱਕ ਹੈ। ਇੱਧਰ ਭੈਣ ਜੀ ਕੁਝ ਕਹਿਣਾ ਚਾਹੁੰਦੇ ਸੀ, ਬੀਬੀਆਂ ਬਾਰੇ ਵੀ ਕਹਿਣਾ ਚਾਹੁੰਦੇ ਸੀ, ਤੇ ਮੈਂ ਨਾਲ ਇਹ ਵੀ ਪੁੱਛੂੰਗਾ ਵੀ ਦੇਖੋ ਚਾਹੇ ਉਹ ਕੋਈ ਡਾਕਟਰ ਬਣ ਰਿਹਾ ਜਾਂ ਕੋਈ ਲੀਡਰ ਬਣ ਰਿਹਾ ਜਾਂ ਵੋਟ ਪਾ ਰਹੇ ਜਾਂ ਨਹੀਂ ਪਾ ਰਹੇ, ਪਰ ਉਹ ਰਸੋਈ ਦੀ ਕ੍ਰਾਂਤੀ ਬਹੁਤ ਖਾਸ ਹੁੰਦੀ ਹੈ ਤੇ ਰਸੋਈ ਦੀ ਪੂਰੀ ਇਕਨੋਮੀ ਵੀ ਵਿਗੜ ਗਈ ਆ। ਥੋੜਾ ਐਕਸਪੀਰੀਅੰਸ ਤੋਂ ਦੱਸੋ ਵੀ ਕੀ ਚੁਣੌਤੀਆਂ ਨੇ ਤੁਹਾਡੀਆਂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਮੁਬਾਰਕਾਂ ਨਰੋਆ ਪੰਜਾਬ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ। ਆਈ ਐਮ ਪਰਮਜੀਤ ਫਰੋਮ ਰਾਹੋਂ। ਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਜੋ ਪਹਿਲਾਂ ਸਮਾਂ ਸੀਗਾ, ਜੋ ਅਸੀਂ ਪਹਿਲਾ ਸਮਾਂ ਦੇਖਿਆ ਆਪਣੇ ਰਸੋਈ ਘਰ ਦੇ ਵਿੱਚ, ਜੋ ਸਾਡੀਆਂ ਜ਼ਰੂਰਤਾਂ ਸੀ ਉਹ ਇੰਨੀਆਂ ਮਹਿੰਗੀਆਂ ਨਹੀਂ ਸੀ ਔਰ ਸ਼ੁੱਧ ਚੀਜ਼ਾਂ ਸਾਨੂੰ ਮਿਲ ਰਹੀਆਂ ਸੀ। ਹੁਣ ਮਿਲਾਵਟ ਹੋਣ ਦੇ ਨਾਲ ਨਾਲ ਕੀ ਹੈ ਕਿ ਬਹੁਤ ਜ਼ਿਆਦਾ ਸਭ ਕੁਝ ਮਹਿੰਗਾ ਹੋ ਚੁੱਕਾ ਆ ਤੇ ਉਹਦੇ ਲਈ ਸਰਵਾਈਵ ਕਰਨਾ ਥੋੜ੍ਹਾ ਔਖਾ ਆ, ਪਰ ਫਿਰ ਵੀ ਇਨਸਾਨ ਨੂੰ ਕਰਨਾ ਪੈਂਦਾ। ਜਿਵੇਂ ਮੈਮ ਜੀ ਉਹਨਾਂ ਨੇ ਗੱਲ ਕੀਤੀ ਸੀ ਕਿ ਪੈਟਰੋਲ ਮਹਿੰਗਾ ਹੋ ਰਿਹਾ ਆ, ਤੇ ਪੈਟਰੋਲ ਮਹਿੰਗਾ ਹੋ ਰਿਹਾ ਆ ਪਰ ਅਸੀਂ ਉਹਦੀ ਵਿਰੋਧ ਨਹੀਂ ਕਰਦੇ, ਉਹਨੂੰ ਪਵਾ ਕੇ ਫਿਰ ਵੀ ਆਪਣੇ ਕੰਮਾਂ 'ਤੇ ਸਾਨੂੰ ਜਾਣਾ ਪੈਂਦਾ, ਕਿਉਂਕਿ ਅਸੀਂ ਸਵੇਰ ਨੂੰ ਕੰਮ 'ਤੇ ਨਿਕਲਾਂਗੇ ਤੇ ਸ਼ਾਮ ਨੂੰ ਸਾਡੇ ਘਰ ਦੇ ਵਿੱਚ ਜੋ ਖਾਣਾ ਬਣੇਗਾ ਜਾਂ ਸਾਡੇ ਬੱਚਿਆਂ ਦੀਆਂ ਜ਼ਰੂਰਤਾਂ ਉਹ ਪੂਰੀਆਂ ਹੋਣਗੀਆਂ। ਇਹ ਸਾਡੀ ਮਜਬੂਰੀ ਹੈ, ਇਹ ਹਰ ਇੱਕ ਇਨਸਾਨ ਦੀ ਮਜਬੂਰੀ ਆ ਕਿ ਉਹਨੂੰ ਮਹਿੰਗੀਆਂ ਚੀਜ਼ਾਂ ਲੈਣੀਆਂ ਪੈਂਦੀਆਂ। ਜੇ ਅੱਜ ਸਰੋਂ ਦਾ ਤੇਲ 200 ਰੁਪਏ ਲੀਟਰ ਹੈ ਤੇ ਸਾਨੂੰ ਲੈਣਾ ਪੈਂਦਾ, ਜੇ ਅੱਜ ਆਟਾ ਦਾਲ ਹਰ ਇੱਕ ਚੀਜ਼ ਦੇ ਭਾਅ ਵਧੇ ਆ ਸਾਨੂੰ ਲੈਣੇ ਪੈਂਦੇ, ਸਾਨੂੰ ਖਾਣੇ ਪੈਂਦੇ, ਬਿਕੋਜ਼ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਫੈਮਿਲੀ ਨੂੰ ਸਰਵਾਈਵ ਕਰਨ ਦੇ ਲਈ, ਅੱਗੇ ਲੈ ਕੇ ਜਾਣ ਦੇ ਲਈ, ਉਹਨਾਂ ਨੂੰ ਪੜ੍ਹਾਉਣ ਲਿਖਾਉਣ ਦੇ ਲਈ ਹਰ ਇੱਕ ਚੀਜ਼ ਨੂੰ ਮੈਨੇਜ ਕਰਦੇ ਹਾਂ, ਕਿਉਂਕਿ ਇੱਥੇ ਹੀ ਮੈਨੇਜ ਕਰਨਾ ਪੈਂਦਾ ਹੈ। ਕਿਉਂਕਿ ਅਸੀਂ ਬਾਹਰ ਦੇਖਦੇ ਹਾਂ ਕਿ ਬਾਹਰ ਲੋਕਾਂ ਨੂੰ ਕੀ ਹੈ ਕਿ ਮਹੀਨੇ ਬਾਅਦ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪੈਂਦੇ ਆ। ਜਦੋਂ ਲੋਕਡਾਊਨ ਸੀ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਏ ਤੇ ਉਹਨਾਂ ਨੂੰ ਦਿੱਤੇ ਗਏ ਸਰਕਾਰਾਂ ਵੱਲੋਂ। ਇੱਥੇ ਸਰਕਾਰਾਂ ਵੱਲੋਂ ਕੀ ਦਿੱਤਾ ਗਿਆ, 10 ਕਿਲੋ ਚੀਜ਼ਾਂ ਸੀ ਜੋੜੀਆਂ ਇਕੱਠੀਆਂ ਕਰਕੇ ਉਹਨਾਂ ਨੂੰ 3-4 ਲੋਕਾਂ ਦੇ ਵਿੱਚ ਵੰਡਿਆ ਗਿਆ। ਔਰ ਜਦੋਂ 3-4 ਲੋਕਾਂ ਦੇ ਵਿੱਚ ਵੰਡਿਆ ਗਿਆ ਕਿ ਉਹ 3-4 ਲੋਕ 2-3 ਕਿਲੋ ਰਾਸ਼ਨ ਲੈ ਕੇ ਕਿ ਉਹ ਆਪਣੇ ਘਰ ਨੂੰ ਅੱਗੇ ਚਲਾ ਸਕਦੇ ਆ? ਨਹੀਂ ਚਲਾ ਸਕਦੇ। ਯਾਨੀ ਕਿ ਇੱਕ ਪ੍ਰੋਪੇਗੈਂਡਾ ਜ਼ਿਆਦਾ ਆ, ਮਾਰਕੀਟਿੰਗ ਜ਼ਿਆਦਾ ਆ, ਪਬਲਿਕ ਰਿਲੇਸ਼ਨ ਡਿਪਾਰਟਮੈਂਟ ਇੰਨਾ ਸਟਰੋਂਗ ਆ ਸਰਕਾਰਾਂ ਦਾ ਕਿ ਉਹ ਪੂਰੇ ਦਾ ਪੂਰਾ ਇੱਕ ਮਾਰਕੀਟ ਹੈ ਜਿਹੜੀ ਉਹ ਸਟਰੋਂਗ ਆ। ਉਹ ਪੂਰੇ ਦੀ ਪੂਰੀ ਤਸਵੀਰ ਨੂੰ ਵੱਡੀ ਕਰਕੇ ਪੇਸ਼ ਕਰਦੇ ਆ, ਪਰ ਤਸਵੀਰ ਓਡੀ ਹੁੰਦੀ ਨਹੀਂ। ਬਿਲਕੁਲ। ਇੱਕ ਗੱਲ ਮੈਂ ਹੋਰ ਕਰਨਾ ਚਾਹੂੰਗੀ, ਕਿਉਂਕਿ ਐਜ਼ ਇੱਕ ਔਰਤ ਹੋਣ ਦੇ ਨਜ਼ਰੀਏ ਨਾਲ ਮੈਂ ਕਹਿਣਾ ਚਾਹੁੰਦੀ ਹਾਂ ਕਿ ਹੁਣ ਤੁਸੀਂ ਬਹੁਤ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਨੂੰ ਸੁਣਨ ਆਏ ਹੋ ਕਿ ਤੁਹਾਡੇ ਆਪਣੇ ਵਿਚਾਰ, ਔਰ ਇੱਥੇ ਮੈਂ ਕੀ ਦੇਖਿਆ ਲੋਕਾਂ ਨੇ ਆਪਣੇ ਵਿਚਾਰ ਘੱਟ ਪੇਸ਼ ਕੀਤੇ, ਜ਼ਿਆਦਾ ਤੋਂ ਜ਼ਿਆਦਾ ਉਹ ਵਿਚਾਰ ਪੇਸ਼ ਕੀਤੇ ਗਏ ਜੋ ਰਾਜਨੀਤਿਕ ਆ, ਜੋ ਰਾਜਨੀਤੀ ਨੂੰ ਫੋਲੋ ਕਰਦੇ ਆ। ਕਿਉਂਕਿ ਆਪਣੇ ਸਾਡੇ ਦਿਲ ਦੇ ਦਿਮਾਗ ਦੇ ਵਿੱਚ ਕੀ ਆ ਤੁਸੀਂ ਉਹ ਸੁਣਨ ਆਏ ਆ। ਸਾਡੇ ਦਿਲ ਦੇ ਦਿਮਾਗ ਦੇ ਵਿੱਚ ਇਹ ਆ ਕਿ ਜਿਵੇਂ ਇੱਕ ਔਰਤ ਆ, ਉਹਨੂੰ ਇੱਕ ਔਰਤ ਹੀ ਦਬਾਉਂਦੀ ਆ, ਜਦੋਂ ਉਹ ਕੰਮ ਕਰਦੀ ਹੈ ਤਾਂ ਉਹਨੂੰ ਇੱਕ ਔਰਤ ਹੀ ਰੋਕਦੀ ਆ। ਘਰ ਦੇ ਵਿੱਚ ਸਾਡੇ ਬਜ਼ੁਰਗ ਜਿਹੜੇ ਸਾਡੇ ਦਾਦਾ ਸੀ, ਦਾਦੀ ਸੀ, ਸਾਡੇ ਫਾਦਰ ਸੀ, ਅਸੀਂ ਉਹਨਾਂ ਨੂੰ ਦੇਖਦੇ ਆਏ ਹਾਂ ਕਿ ਉਹ ਸ਼ਰਾਬ ਪੀ ਕੇ ਸਾਡੀਆਂ ਔਰਤਾਂ ਨੂੰ ਕੁੱਟਦੇ ਮਾਰਦੇ ਆ, ਉਹਨਾਂ ਨਾਲ ਧੱਕਾ ਕਰਦੇ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹੀ ਹੋ ਰਿਹਾ ਆ। ਅਸੀਂ ਔਰਤਾਂ ਹੀ ਉਸ ਚੀਜ਼ ਨੂੰ ਦਬਾ ਰਹੀਆਂ ਆ। ਔਰਤਾਂ ਨੂੰ ਇਸ ਚੀਜ਼ ਦੇ ਬਾਰੇ ਬਹੁਤ ਜ਼ਿਆਦਾ ਮਤਲਬ ਸਹਿਣਾ ਪੈਂਦਾ, ਬਰਦਾਸ਼ਤ ਕਰਨਾ ਪੈਂਦਾ। ਅੱਜ ਜਿੰਨੇ ਵੀ ਜੈਂਟਸ ਇੱਥੇ ਬੈਠੇ ਆ, ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਜਦੋਂ ਸ਼ਰਾਬ ਪੀ ਕੇ ਜਾਂ ਤੁਸੀਂ ਗੁੱਸਾ ਕਰਕੇ ਆਪਣੇ ਘਰ ਆ ਕੇ ਆਪਣੀ ਵਾਈਫ ਦੇ ਉੱਪਰ, ਆਪਣੀ ਘਰਵਾਲੀ ਦੇ ਉੱਪਰ ਜਦੋਂ ਤੁਸੀਂ ਹੱਥ ਚੁੱਕਦੇ ਆ, ਤੁਸੀਂ ਇਹ ਸੋਚੋ ਕਿ ਤੁਹਾਡੀ ਧੀ ਵੀ ਕੱਲ ਨੂੰ ਕਿਸੇ ਦੇ ਘਰ ਜਾਊਗੀ, ਉੱਥੇ ਜਾ ਕੇ ਵੀ ਉੱਥੇ ਇਹੀ ਹੱਥ ਚੁੱਕੇ ਜਾਣਗੇ। ਔਰ ਤੁਸੀਂ ਆਪਣੇ ਹੱਥ ਜਿਹੜੇ ਚੁੱਕਦੇ ਆ, ਇਹ ਚੁੱਕਣ ਤੋਂ ਪਹਿਲਾਂ ਜੇ ਇੱਕ ਵਾਰੀ ਸੋਚੋ, ਜੇ ਤੁਸੀਂ ਅੱਜ ਤੁਹਾਡੀਆਂ ਧੀਆਂ ਦੁਖੀ ਹੁੰਦੀਆਂ ਤਾਂ ਤੁਹਾਨੂੰ ਦੁੱਖ ਹੁੰਦਾ ਕਿ ਮੇਰਾ ਬੱਚਾ ਦੁਖੀ ਆ, ਪਰ ਤੁਸੀਂ ਇਹ ਕਿਉਂ ਨਹੀਂ ਦੇਖਦੇ ਕਿ ਕੱਲ ਜਿਹੜੀ ਤੁਹਾਡੇ ਘਰ ਇੱਕ ਨੂੰਹ ਆਈ ਆ, ਇੱਕ ਤੁਹਾਡੇ ਘਰ ਔਰਤ ਆ, ਉਹਨੂੰ ਵੀ ਤੁਸੀਂ ਦੁੱਖ ਹੋਣ ਦਾ ਕਾਰਨ ਤੁਸੀਂ ਆ। ਇਸ ਕਰਕੇ ਸਭ ਤੋਂ ਪਹਿਲਾਂ ਮੇਰੇ ਵਿਚਾਰ ਇਹੀ ਆ ਕਿ ਜਦੋਂ ਤੱਕ ਇੱਕ ਔਰਤ ਨੂੰ ਘਰ ਦੇ ਵਿੱਚ ਸਨਮਾਨ ਨਹੀਂ ਮਿਲਦਾ, ਜਦੋਂ ਤੱਕ ਇੱਕ ਔਰਤ ਘਰ ਦੇ ਵਿੱਚ ਸਨਮਾਨੀ ਨਹੀਂ ਜਾਂਦੀ, ਉਹ ਬਾਹਰ ਵੀ ਸਨਮਾਨੀ ਨਹੀਂ ਜਾਏਗੀ। ਉਹ ਜਿੰਨੀਆਂ ਮਰਜ਼ੀ ਆਵਾਜ਼ਾਂ ਉਠਾਏ। ਇੱਕ ਭੈਣਾਂ ਭਰਾਵਾਂ ਦੇ ਜ਼ਰੀਏ ਮੈਂ ਕਹਿਣਾ ਚਾਹੁੰਦੀ ਹਾਂ ਆਪਣੇ ਭਰਾਵਾਂ ਨੂੰ ਕਿ ਉਹ ਆਪਣੀਆਂ
ਘਰ ਵਾਲੀਆਂ ਦੇ ਉੱਤੇ ਬਾਹਰਲੇ ਗੁੱਸੇ ਨਾ ਕੱਢਣ, ਉਹ ਇਹ ਸੋਚਣ ਕਿ ਗੁਰਬਾਣੀ ਦੇ ਵਿੱਚ ਲਿਖਿਆ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਉਹਨਾਂ ਨੂੰ ਮਾੜਾ ਕਹਿਣ ਤੋਂ ਪਹਿਲਾਂ ਇਹ ਸੋਚਣ ਕਿ ਸਾਡੀਆਂ ਧੀਆਂ ਵੀ ਕਿਸੇ ਦੇ ਘਰ ਜਾਣਗੀਆਂ ਔਰ ਉਹਨਾਂ ਨੂੰ ਵੀ ਇਹ ਕੁਝ ਸੁਣਨਾ ਪਏਗਾ, ਕਿਉਂਕਿ ਜੋ ਇਨਸਾਨ ਬੀਜਦਾ ਉਹੀ ਵੱਢਦਾ ਆ। ਧੰਨਵਾਦ। ਤੇ ਯਾਦ ਆ ਗਿਆ ਭੈਣ ਜੀ ਹੁਣਾਂ ਤੋਂ, ਹਜੇ ਕੱਲ ਪਰਸੋਂ ਵੱਖ-ਵੱਖ ਚੈਨਲਾਂ ਨੇ ਇੱਕ ਬਜ਼ੁਰਗ ਤੇ ਉਹਨਾਂ ਦੀ ਬੇਟੀ ਦੀ ਵੀਡੀਓ ਹਰ ਚੈਨਲ ਨੇ ਚੁੱਕ ਕੇ ਪਾਈ ਹੈ। ਇੱਕ ਹੈਰਾਨੀ ਵਾਲੀ ਗੱਲ ਹੈ ਕਿ ਪੂਰੇ ਮੋਹਾਲੀ ਦੇ ਅੰਦਰ ਇੱਕ ਵੀ ਅਜਿਹਾ ਘਰ ਜਾਂ ਇੱਕ ਵੀ ਅਜਿਹਾ ਪਲੇਟਫਾਰਮ ਨਹੀਂ ਹੈ ਜਿੱਥੇ ਬਜ਼ੁਰਗਾਂ ਦੀ ਜਾਂ ਅਜਿਹੇ ਹਾਲਾਤ ਦੇ ਮਾਰਿਆਂ ਦੀ ਰੱਖ ਰਖਾਵ ਹੋ ਸਕੇ। ਪ੍ਰਭ ਆਸਰਾ ਹੈਗਾ ਜਾਂ ਇਸ ਤਰ੍ਹਾਂ ਦੀਆਂ ਹੋਰ ਸੰਸਥਾਵਾਂ ਹੈਗੀਆਂ ਜਿਹੜੀਆਂ ਕਿ NGO ਚਲਾ ਰਹੀ ਹੈ, ਪਰ ਸਰਕਾਰ ਦੇ ਕੋਲ ਇਸ ਨੂੰ ਲੈ ਕੇ ਕਰੋੜਾਂ ਦਾ ਫੰਡ ਹੈ ਅਤੇ ਪੂਰੇ ਮੋਹਾਲੀ ਦੇ ਅੰਦਰ ਇੱਕ ਵੀ ਅਜਿਹਾ ਸ਼ੈਲਟਰ ਹਾਊਸ ਨਹੀਂ ਹੈਗਾ। ਪ੍ਰੋਗਰਾਮ ਆਪਣੇ ਆਖਰੀ ਅੰਜਾਮ ਤੇ ਆਪਾਂ ਥੋੜ੍ਹੇ ਕਮੈਂਟ ਲਵਾਂਗੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ, ਮੇਰਾ ਨਾਮ ਸੁਖਦੀਪ ਸਿੰਘ ਹੈ। ਬਾਈ ਪ੍ਰੋਫੈਸ਼ਨ ਆਈ ਐਮ ਅ ਮੈਰੀਨ ਇੰਜੀਨੀਅਰ ਅਤੇ ਮੈਂ ਪਿਛਲੇ ਲਗਭਗ 2.5 ਦਹਾਕਿਆਂ ਤੋਂ ਆਪਣਾ ਰਾਹੋਂ ਦੇ ਵਿੱਚ ਖੇਲਿਆ ਵੀ ਹਾਂ, ਪੜ੍ਹਿਆ ਵੀ ਇੱਥੇ ਹੀ ਹਾਂ ਅਤੇ ਮੈਂ ਅਤੇ ਗੰਗਵੀਰ ਬਚਪਨ ਦੇ ਦੋਸਤ ਵੀ ਹਾਂ। ਅਤੇ ਸਭ ਤੋਂ ਪਹਿਲਾਂ ਮੈਂ ਸਪੋਰਟਸ ਦੇ ਉੱਤੇ ਗੱਲ ਕਰੂੰਗਾ ਕਿ ਰਾਹੋਂ ਦਾ ਜੋ ਕਹਿੰਦੇ ਨਾ ਕਿ ਆਪਾਂ ਸਕੂਲਾਂ ਸਿੱਖਦੇ ਹਾਂ, ਪਰ ਡਿਸਿਪਲਿਨ ਸਾਨੂੰ ਗਰਾਊਂਡਾਂ 'ਚ ਹੀ ਮਿਲਦਾ ਆ। ਜੋ ਇੱਕ ਕਰਦੇ ਨੇ ਕਿ ਜਿਹੜਾ ਇੱਕ ਕਹਿੰਦੇ ਕਿਤਾਬੀ ਕੀੜਾ ਹੁੰਦਾ ਹੈ ਨਾ, ਉਹ ਮੈਂ ਆਪਣੇ ਮਤਲਬ ਕਿ ਆਪਣੇ ਐਕਸਪੀਰੀਅੰਸ ਦੀ ਗੱਲ ਕਰਦਾ ਇਹ ਕਿ ਮੈਂ IIT ਦੇ ਜਿਹੜੇ IIT ਪਾਸ ਆਊਟ ਆ ਉਹਨਾਂ ਨਾਲ ਵੀ ਕੰਮ ਕੀਤਾ ਆ। ਠੀਕ ਹੈ, ਮੈਂ 10th ਜਿਹੜੇ ਪਾਸ ਕਰਕੇ ਆਪਣੇ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਚਲੇ ਜਾਂਦੇ ਮੈਂ ਉਹਨਾਂ ਨਾਲ ਵੀ ਕੰਮ ਕੀਤਾ ਆ। ਇੱਕ ਬਹੁਤ ਵੱਡਾ ਫਰਕ ਹੁੰਦਾ ਆ ਜਿਹੜਾ ਕਿ 2-3 ਸਾਲ ਆਪਣੇ ਬਚਪਨ ਦੇ ਵਿੱਚ ਕੋਈ ਗਰਾਊਂਡ ਦਾ ਹਿੱਸਾ ਰਿਹਾ ਜਾਂ ਕਿਸੇ ਗੇਮ ਦਾ ਹਿੱਸਾ ਰਿਹਾ। ਰਾਹੋਂ ਦੇ ਵਿੱਚ ਇੰਨੇ ਕੁ ਪੋਟੈਂਸ਼ੀਅਲ ਪਲੇਅਰ ਹੋਏ ਆ ਕਿ ਇੱਕ ਮੇਰਾ ਛੋਟਾ ਬ੍ਰਦਰ ਹੈ, ਉਹ ਸਟੇਟ ਲੈਵਲ ਬੈਡਮਿੰਟਨ ਅਤੇ ਐਥਲੀਟ ਸੀਗਾ 100 ਮੀਟਰ ਦਾ। ਇੱਕ ਇੰਨੀ ਕੁ ਮਤਲਬ ਸਾਡੇ ਯਾਨੀ ਬੇਸਿਕ ਲੈਵਲ ਤੋਂ ਹੀ ਇੰਨੀ ਕੁ ਪੋਲੀਟਿਕਸ ਆ ਗਈ ਆ ਨਾ ਇਹਦੇ ਵਿੱਚ ਕਿ ਉਹ ਰਾਹੋਂ ਨਵਾਂਸ਼ਹਿਰ ਜ਼ਿਲ੍ਹੇ ਕੀ ਆਪਣਾ ਇੱਕ ਜ਼ੋਨ ਹੁੰਦਾ, ਕਟੋਚ ਦਾ ਇੱਕ ਜ਼ੋਨ ਹੁੰਦਾ ਜਿਹਦੇ ਵਿੱਚ ਕਿ ਪੂਰੇ ਪੰਜਾਬ ਦੇ 4 ਜ਼ੋਨ ਬਣੇ ਹੁੰਦੇ ਆ। ਉਹਦਾ 100 ਮੀਟਰ 'ਚ ਉਹਨੂੰ ਅੱਜ ਤੱਕ ਮਤਲਬ ਕਿ ਸਰਟੀਫਿਕੇਟ ਘਰ ਪਏ ਆ। ਗੰਗਵੀਰ ਵੀ ਗਵਾਹ ਹੈ, ਸ਼ਾਇਦ ਉਸ ਟਾਈਮ 'ਤੇ ਇਹਨੇ ਵੀ ਦੇਖਿਆ ਹੋਊਗਾ ਉਹਨੂੰ ਰਨਿੰਗ ਕਰਦਾ। ਮਤਲਬ 100 ਮੀਟਰ 'ਤੇ ਜਦੋਂ ਰੇਸ ਦੌੜਦਾ ਸੀਗਾ ਨਾ ਅਤੇ ਸੈਕਿੰਡ ਜਿਹੜਾ ਆਉਂਦਾ ਸੀ ਉਹ ਤੋਂ 20-30 ਮੀਟਰ ਦਾ ਡਿਫਰੈਂਸ ਹੁੰਦਾ ਸੀਗਾ। ਅਤੇ ਜਦੋਂ ਉਹਨੂੰ ਪੰਜਾਬ ਵੱਲੋਂ ਅੱਗੇ ਖੇਲਣ ਦਾ ਮੌਕਾ ਮਿਲਿਆ ਅਤੇ ਜਿਹੜਾ ਮੁੰਡਾ ਸੈਕਿੰਡ ਆਇਆ ਉਹਦੀ ਜਗ੍ਹਾ 'ਤੇ ਅੱਗੇ ਕੰਪੀਟੀਸ਼ਨ ਲੜਨ ਚਲਾ ਗਿਆ। ਪੋਲੀਟਿਕਸ ਤਾਂ ਮੈਡਲ ਕਿੱਦਾਂ ਆਉਣਗੇ, ਜਿਹਦੇ 'ਚ ਪੋਟੈਂਸ਼ੀਅਲ ਸੀ ਉਹਨੂੰ ਤਾਂ ਅੱਗੇ ਜਾਣ ਨਹੀਂ ਦਿੱਤਾ ਸੀ। ਠੀਕ ਹੈ ਨਾ, ਤਾਂ ਮੈਡਲਸ ਕਿੱਥੋਂ ਆਉਣਗੇ? ਨੰਬਰ 2 ਐਜੂਕੇਸ਼ਨ ਦੀ ਜੇ ਗੱਲ ਕਰੀਏ ਆਪਾਂ, ਬਾਕੀ ਇਨਫਰਾਸਟਰਕਚਰ ਦੇ ਬਾਰੇ ਇਹਨਾਂ ਨੇ ਦੱਸਿਆ ਕਿ ਕੋਈ ਮੀਨਸ ਬੇਸਿਕ ਫੈਸਿਲਿਟੀਜ਼ ਹੀ ਨਹੀਂ ਹੈਗੀਆਂ ਤਾਂ ਇਨਫਰਾਸਟਰਕਚਰ ਹੀ ਨਹੀਂ ਹੈਗਾ ਤਾਂ ਪਲੇਅਰ ਨਿਕਲਣਗੇ ਕਿੱਥੋਂ? ਅਤੇ ਨੰਬਰ 2 ਐਜੂਕੇਸ਼ਨ ਦੀ ਗੱਲ ਕਰੀਏ, ਮੈਂ ਇੱਥੇ ਹੈਪੀ ਮੋਡਲ ਸਕੂਲ ਤੱਕ ਮੈਂ 10th ਕੀਤੀ ਹੈ। ਉਸ ਤੋਂ ਬਾਅਦ 10+1+2 ਮੈਂ ਗਵਰਨਮੈਂਟ ਸਕੂਲ ਤੋਂ ਕੀਤੀ ਹੈ। ਅਤੇ ਉਸ ਤੋਂ ਬਾਅਦ ਮੈਨੂੰ ਮੌਕਾ ਮਿਲਿਆ, ਮੈਂ ਮਰਚੈਂਟ ਨੇਵੀ ਜੁਆਇਨ ਕੀਤੀ। ਮੈਨੂੰ ਕਿਸੇ ਨੇ ਗਾਈਡ ਕੀਤਾ ਕਿ ਠੀਕ ਹੈ ਜੇ ਤੂੰ ਅੱਗੇ ਵਧਣਾ ਤਾਂ ਥੋੜ੍ਹਾ ਇੱਥੋਂ ਸ਼ਹਿਰ 'ਚੋਂ ਨਿਕਲੋ ਬਾਹਰ। ਅਤੇ ਮੈਂ ਉੜੀਸਾ ਗਿਆ, ਇੱਕ ਸਿਰਫ ਕਿਸੇ ਟਰੱਕ ਦੇ ਵਿੱਚ ਬੈਠ ਕੇ। ਮੈਂ ਬਹੁਤ ਹੀ ਲੋਅਰ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਸੀਗਾ। ਇੰਨੇ ਪੈਸੇ ਨਹੀਂ ਸੀਗੇ ਕਿ ਮੈਂ ਟ੍ਰੇਨ ਦੀ ਟਿਕਟ ਖਰੀਦ ਕੇ ਮੈਂ ਜਾ ਸਕਾਂ। ਉੜੀਸਾ ਜਾ ਕੇ ਮੈਂ ਫਾਰਮ ਫਿਲ ਕੀਤੇ, ਟੈਸਟ ਦਿੱਤਾ ਅਤੇ ਮੈਂ ਸਿਲੈਕਸ਼ਨ ਹੋਈ ਹੈ ਮੇਰੀ। ਉਸ ਤੋਂ ਬਾਅਦ ਅੱਗੇ ਮੈਂ ਜੋਬ ਵੀ ਕੀਤੀ ਹੈ, ਸਟੱਡੀ ਫਿਰ ਬੰਬੇ ਤੋਂ ਸਟੱਡੀ ਕੀਤੀ ਹੈ। ਉਸ ਤੋਂ ਬਾਅਦ ਸਿੰਗਾਪੁਰ ਮੈਨੂੰ ਮੇਰੀ ਕੰਪਨੀ ਨੇ ਸਟੱਡੀ ਕਰਵਾਈ ਹੈ। ਜੇ ਮੈਂ ਮਤਲਬ ਆਪਣੇ ਦਮ ਦੇ ਉੱਤੇ ਉਹ ਚੀਜ਼ ਕਰਨਾ ਚਾਹੁੰਦਾ ਇੰਡੀਆ ਦੇ ਵਿੱਚ, ਤਾਂ ਪਹਿਲੀ ਗੱਲ ਇੰਡੀਆ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਨਾ ਉਹ ਸਕ੍ਰੈਪ ਹੋ ਚੁੱਕਾ ਹੈ। ਕਿਉਂਕਿ ਮੈਂ ਜੋ ਇੱਥੇ ਬੇਸਿਕ ਸਟੱਡੀ ਇੱਥੇ ਕੀਤੀ ਹੈ ਮੈਰੀਨ ਦੀ ਅਤੇ ਜੋ ਮੈਂ ਸਿੰਗਾਪੁਰ ਪੜ੍ਹਿਆ, ਜ਼ਮੀਨ ਆਸਮਾਨ ਦਾ ਡਿਫਰੈਂਸ ਹੈ। ਬਿਕੋਜ਼ ਇੱਥੇ ਸਿਰਫ ਅਸੀਂ ਥਿਊਰੀ ਜੋ ਅਸੀਂ ਅੱਜ ਤੋਂ 30-40 ਸਾਲ ਪਹਿਲਾਂ ਪੜ੍ਹਦੇ ਸੀ ਉਹੀ ਅਸੀਂ ਅੱਜ ਪੜ੍ਹ ਰਹੇ ਹਾਂ। ਉੱਥੇ 90% ਪ੍ਰੈਕਟੀਕਲ ਹੈ ਅਤੇ ਸਿਰਫ 10% ਥਿਊਰੀ ਹੈ। ਅੱਜ ਕੱਲ੍ਹ ਇੱਥੇ ਪ੍ਰੈਕਟੀਕਲ ਨਿਊ ਇਨੋਵੇਸ਼ਨਸ ਦੀ ਕੋਈ ਗੱਲ ਹੀ ਨਹੀਂ ਕਰਦਾ ਹੈਗਾ। ਅਤੇ ਜਿਹੜੀ ਇਹ ਜਿਹੜੀ ਮੂਵਮੈਂਟ ਨਾ ਸਿਰਫ ਸਾਨੂੰ ਮਤਲਬ ਕਿ ਸਰਕਾਰ ਦੇ ਉੱਤੇ ਤੋਹਮਤਾਂ ਲਾ ਕੇ ਕਿ ਐਜੂਕੇਸ਼ਨ ਸਿਸਟਮ ਉਹ ਕਰ ਨਹੀਂ ਰਿਹਾ ਨਾ, ਉਹਦੇ 'ਤੇ ਕਰਕੇ ਨਹੀਂ, ਸਾਨੂੰ ਆਪ ਹੀ ਕੁਛ ਨਾ ਕੁਛ ਅੱਗੇ ਹੋ ਕੇ ਕਰਨਾ ਪੈਣਾ ਆ। ਬਿਲਕੁਲ ਇਹਦੇ ਲਈ ਥੈਂਕ ਯੂ ਵੈਰੀ ਮੱਚ। ਸੋ ਇਹ ਆਪਣਿਆਂ ਦੇ ਵਿੱਚ ਮੇਰੇ ਯਾਦ ਆਉਂਦਾ ਕਿ ਜਲੰਧਰ ਦੇ ਕਿਸੇ ਸਕੂਲ ਦੇ ਅੰਦਰ ਇਹ ਕਿਹਾ ਗਿਆ ਕਿ ਤੁਸੀਂ ਸਾਡੇ ਬੱਚੇ ਨੂੰ ਪੰਜਾਬੀ ਕਿਉਂ ਨਹੀਂ ਪੜ੍ਹਾ ਰਹੇ। ਤਾਂ ਉਹਨਾਂ ਦਾ ਕਹਿਣਾ ਸੀ ਕਿ ਜਲੰਧਰ ਦੇ ਅੰਦਰ ਮੈਜੋਰਟੀ ਆਰਮੀ ਦੇ ਵਿੱਚ ਬਾਹਰਲੀਆਂ ਸਟੇਟਾਂ ਤੋਂ ਆਏ ਹੈਗੇ ਨੇ ਆਰਮੀ ਪਰਸਨ, ਉਹਨਾਂ ਦੇ ਬੱਚੇ ਪੰਜਾਬੀ ਨਹੀਂ ਜਾਣਦੇ, ਇਸ ਕਰਕੇ ਅਸੀਂ ਪੰਜਾਬੀ ਨਹੀਂ ਪੜ੍ਹਾ ਰਹੇ। ਕਿੰਨਾ ਬੇਤੁਕਾ ਇੱਕ ਆਰਗੂਮੈਂਟ ਸੀ। ਅਤੇ ਇਸੇ ਤਰ੍ਹਾਂ ਚਾਹੇ ਪੰਜਾਬੀ ਲੈਂਗੁਏਜ ਦੀ ਗੱਲ ਕਰੋ ਚਾਹੇ ਕਿਸੇ ਵੀ ਤਰ੍ਹਾਂ, ਇਹ ਆਪਣੇ ਆਪ ਦੇ ਵਿੱਚ ਸਿਸਟਮ ਦੇ ਬਹੁਤ ਸਾਰੇ ਲੂਪ ਹੋਲ ਹੈਗੇ ਨੇ। ਆਪਣੇ ਪ੍ਰੋਗਰਾਮ ਦੇ ਆਖਰੀ ਕਮੈਂਟ ਆਪਾਂ ਨਿੱਕੇ ਲਵਾਂਗੇ। ਸਭ ਤੋਂ ਪਹਿਲਾਂ ਕੈਪਟਨ ਸਾਹਿਬ। ਮੈਂ ਸਭ ਤੋਂ ਪਹਿਲਾਂ ਨਰੋਆ ਪੰਜਾਬ ਦਾ
ਰਾਹੋਂ ਮਹੱਲਾ ਰੌਤਾ ਵਿਖੇ ਸਵਾਗਤ ਕਰਦਾ ਹਾਂ। ਦੂਸਰੀ ਗੱਲ ਇਹ ਹੈ, ਬੱਚਿਆਂ ਤੋਂ ਮੈਂ ਕਈ ਗੱਲਾਂ ਸੁਣੀਆਂ। ਕੋਈ ਬੱਚਾ ਬਿਲਕੁਲ ਸਹੀ ਕਹਿ ਰਿਹਾ ਹੈ, ਕਿਉਂਕਿ ਬੱਚੇ ਜਿਹੜੇ ਬਾਹਰ ਜਾ ਰਹੇ ਆ ਉਹਨਾਂ ਦਾ ਕਾਰਨ ਇੱਕ ਹੈ, ਸਭ ਤੋਂ ਘਾਟ ਹੈਗੀ ਸਰਕਾਰਾਂ। ਜਿਹੜੀ ਵੀ ਸਰਕਾਰ ਆਉਂਦੀ ਆ, ਆਪਾਂ ਨਾਂ ਨਹੀਂ ਕਿਸੇ ਦਾ ਲੈਂਦੇ, ਸਾਰੀਆਂ ਸਰਕਾਰਾਂ ਹੁੰਦੀਆਂ ਅਲੱਗ-ਅਲੱਗ, ਕੋਈ ਪਾਰਟੀ ਦੀ ਆਉਂਦੀ, ਕੋਈ ਕਿਸੇ ਪਾਰਟੀ ਦੀ ਆਉਂਦੀ ਆ। ਉਹਨਾਂ ਨੂੰ ਇਹ ਸੋਚਣਾ ਚਾਹੀਦਾ ਇੰਸਟੀਚਿਊਟ ਖੋਲ੍ਹਣੇ ਚਾਹੀਦੇ ਬੱਚਿਆਂ ਵਾਸਤੇ, ਜਿਹੜੇ +2 ਕਰਕੇ ਬੱਚੇ ਜਾਂਦੇ ਆ। ਜਿੱਦਾਂ NDA ਦੇ ਇੰਸਟੀਚਿਊਟ ਖੋਲ੍ਹਾ, ਉਹਨਾਂ ਨੂੰ ਫ੍ਰੀ ਕੋਚਿੰਗ ਦਿੱਤੀ ਜਾਵੇ, ਉਹ ਨੈਸ਼ਨਲ ਡਿਫੈਂਸ ਅਕੈਡਮੀ ਦੇ ਵਿੱਚ ਅਫਸਰ ਬਣ ਕੇ ਜਾਵੇ +2 ਤੋਂ ਬਾਅਦ। ਉਸ ਤਰ੍ਹਾਂ ਹੀ PMT + MBBS ਵਾਸਤੇ ਇੰਸਟੀਚਿਊਟ ਖੋਲ੍ਹੇ ਜਾਣ, ਉਹਨਾਂ ਨੂੰ ਫ੍ਰੀ ਐਂਟਰੈਂਸ ਐਗਜ਼ਾਮ ਦੀ ਕੋਚਿੰਗ ਦਿੱਤੀ ਜਾਵੇ, ਤਾਂ ਕਿ ਬੱਚੇ ਸਾਡੇ ਬਾਹਰ ਦੀ ਜਾਣ ਦੀ ਬਜਾਏ ਇੱਥੇ ਹੀ ਇੰਡੀਆ ਦੇ ਵਿੱਚ ਚੰਗੀਆਂ ਨੌਕਰੀਆਂ ਤੇ ਲੱਗ ਸਕਣ। +2 ਤੋਂ ਬਾਅਦ ਲਾ ਵੀ ਹੁੰਦਾ ਆ, ਉਹਨਾਂ ਦਾ ਵੀ ਲਾ ਦੇ ਵਾਸਤੇ ਵੀ ਐਂਟਰੈਂਸ ਐਗਜ਼ਾਮ ਵਾਸਤੇ ਫ੍ਰੀ ਕੋਚਿੰਗ ਸੈਂਟਰ ਖੋਲ੍ਹੇ ਜਾਣ। ਮੈਂ ਇਹ ਸਰਕਾਰਾਂ ਅੱਗੇ ਅਪੀਲ ਕਰਦਾ ਹਾਂ। ਮੈਂ ਕਿਸੇ ਕੋਈ ਪਾਰਟੀ ਵੱਲੋਂ ਨਹੀਂ, ਕੋਈ ਹੋਰ ਨਹੀਂ, ਮੈਂ ਸਿਰਫ ਬੱਚਿਆਂ ਦੇ ਫਿਊਚਰ ਕਰਕੇ ਇਹ ਗੱਲ ਕਹਿਣਾ ਚਾਹੁੰਦਾ ਆ। ਜੀ। ਧੰਨਵਾਦ ਜੀ। ਬਹੁਤ ਸ਼ੁਕਰੀਆ। ਤੁਸੀਂ ਕੁਝ ਆਪਣਾ ਤਜਰਬਾ ਦੱਸ ਰਹੇ ਸੀ ਰਾਹੋਂ ਦੇ ਅੰਦਰ, ਉਹ ਦੱਸੋ ਸਾਡੇ ਦਰਸ਼ਕਾਂ ਨੂੰ। ਮੈਨੂੰ 12 ਸਾਲ ਹੋ ਗਏ ਆ ਜੀ ਰਾਹੋਂ ਦੇ ਵਿੱਚ ਰੇਹੜੀ ਲਗਾਉਂਦੇ ਨੂੰ ਜੀ। ਨੇੜੇ ਕਰ। ਮੈਂ ਅੱਜ ਤੱਕ ਇਹੀ ਦੇਖਿਆ, ਸਰਕਾਰ ਕਹਿੰਦੀ ਅਸੀਂ ਨੌਕਰੀ ਦਿੰਦੇ ਆ, ਇਹ ਦਿੰਦੇ ਆ। ਅੱਜ ਤੱਕ ਮੇਰੇ ਖਿਆਲ ਨਾਲ ਸਰਕਾਰ ਨੇ ਪਿਛਲੇ 10 ਸਾਲਾਂ 'ਚ ਕੋਈ ਨੌਕਰੀ ਨਹੀਂ ਦਿੱਤੀ ਕਿਸੇ ਨੂੰ। ਮੈਂ ਖੁਦ ਆਪਣਾ ਕੰਮ ਨਾਲੀ 'ਤੇ ਬੈਠ ਕੇ ਆਪ ਢੂੰਡਿਆ ਆ। ਜਦ ਕਿ ਮੈਨੂੰ ਪਿਛਲੀ ਸਰਕਾਰ ਸੀ, ਉੱਥੇ ਵੱਡੇ MP ਆਏ, MLA ਆਏ, ਉੱਥੇ ਆ ਕੇ ਮੈਨੂੰ ਕਹਿ ਕੇ ਗਏ, ਕਹਿੰਦੇ ਅਸੀਂ ਤੈਨੂੰ ਦੁਕਾਨ ਬਣਾ ਕੇ ਦੇਵਾਂਗੇ ਇੱਥੇ। ਜਦੋਂ ਆਖਰ ਕੀ ਵੋਟਾਂ ਵੇਲੇ ਉਹਨਾਂ ਨੂੰ ਚੇਤਾ ਆਉਂਦਾ ਅਸੀਂ ਤੈਨੂੰ ਦੁਕਾਨ ਬਣਾ ਕੇ ਦੇਵਾਂਗੇ, ਪਿੱਛੇ ਕਿਸੇ ਨੂੰ ਚੇਤਾ ਨਹੀਂ ਆਉਂਦਾ ਹੈਗਾ। ਜਦ ਕਿ ਪਿਛਲੀ ਸਰਕਾਰ ਦੇ ਵਿੱਚ ਹਸਪੀਟਲ ਬਣਨ ਜਾ ਰਿਹਾ ਸੀ ਤਾਂ ਉਹ ਵਿਰੋਧੀ ਪਾਰਟੀ ਨੇ ਰੋਕਤਾ। ਇਸ ਵਾਰ ਹਸਪੀਟਲ ਬਣਨ ਜਾ ਰਿਹਾ, ਉਹ ਪਿਛਲੀ ਸਰਕਾਰ ਨੇ ਇਸ ਵੇਲੇ ਰੋਕਤਾ। ਉਹਦੇ ਵਿੱਚ ਮੈਂ ਕਹਿੰਦਾ ਦੁਕਾਨਾਂ ਬਣ ਜਾਣ ਉੱਥੇ, ਜੋ ਉੱਥੇ 10 12 15 ਸਾਲ ਤੋਂ ਰੇਹੜੀ ਲਗਾ ਰਹੇ ਆ ਉਹਨਾਂ ਨੂੰ ਰੁਜ਼ਗਾਰ ਮਿਲ ਜਾਊਗਾ। ਤਾਂ ਜੇ ਰਹਿ ਗਈ ਗੱਲ, ਹੁਣ ਆਪਾਂ ਆਪਣਾ ਕੰਮ ਕਰਦੇ ਆ ਰੇਹੜੀ ਦੇ ਨਾਲ, ਆਪਾਂ ਚਲੋ ਆਪਣੇ ਨਿਆਣੇ ਇੰਨੇ ਨਹੀਂ ਵਧੀਆ ਸਕੂਲਾਂ 'ਚ ਪੜ੍ਹਾ ਸਕਦੇ। ਮੈਂ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਵਧੀਆ ਸਕੂਲ ਹੋਣ, ਕਿ ਬੱਚੇ ਪੜ੍ਹਨ। ਮੈਂ ਆਪਣੇ ਲੋਕਡਾਊਨ ਦੇ ਵਿੱਚ ਮੇਰੀ ਘੱਟੋ ਘੱਟ 8 ਮਹੀਨੇ ਰੇਹੜੀ ਬੰਦ ਰਹਿ ਗਈ। ਰੇਹੜੀ ਬੰਦ ਹੋ ਗਈ। ਮੈਂ ਜੀ ਵਧੀਆ ਇੰਟਰਨੈਸ਼ਨਲ ਸਕੂਲ ਦੇ ਵਿੱਚ ਬੱਚੇ ਲਾਏ ਹੋਏ ਸੀ, ਜਿਹੜੀ ਮੇਰੇ ਕੋਲ ਫੀਸ ਨਹੀਂ ਦਿੱਤੀ ਗਈ। ਉਹ ਸਕੂਲ ਨੇ ਇੱਕ ਗੱਲ ਕਹੀ, ਕਹਿੰਦੇ ਜੀ ਇੱਕ ਫਾਰਮ ਭਰ ਦਿਓ, ਅਸੀਂ ਤੁਹਾਡੀ ਫੀਸ ਮਾफ़ ਕਰ ਦਿੱਤੀ ਜਾਊਂਗੀ। ਮੈਂ ਫਾਰਮ ਭਰ ਕੇ ਦੇਤਾ, ਉਹਨਾਂ ਨੇ ਮੇਰੀ ਬੱਚਿਆਂ ਦੀ ਫੀਸ ਮਾफ़ ਨਹੀਂ ਕੀਤੀ, ਜਦ ਕਿ ਮੇਰੇ ਬੱਚਿਆਂ ਦੇ ਸਕੂਲੋਂ ਨਾਮ ਕੱਟ ਦਿੱਤੇ ਗਏ। ਇਹ ਕਿੱਥੋਂ ਅਨ ਰੋਇਆ ਪੰਜਾਬ ਜੀ, ਜਦੋਂ 10-10 ਹਜ਼ਾਰ ਰੁਪਈਆ ਫੀਸ ਲੈਣੀ ਸਕੂਲ ਦੇ ਵਿੱਚ, 50-50 ਹਜ਼ਾਰ ਰੁਪਈਆ ਫੀਸ ਲੈਣੀ, ਗਰੀਬ ਬੱਚਾ ਕਿੱਥੋਂ ਪੜ੍ਹਾ ਸਕਦਾ ਆ। ਮੈਂ ਤਾਂ ਇਹੀ ਕਹਿਣਾ ਹੈ ਵੀ ਚਲੋ ਇੰਟਰਨੈਸ਼ਨਲ ਸਕੂਲ ਦੇ ਵਿੱਚ ਮੇਰੇ ਬੱਚਿਆਂ ਦੇ ਨਾਮ ਕੱਟ ਦਿੱਤੇ ਗਏ ਹੈ। ਹੁਣ ਹੁਸੈਨਪੁਰੀ ਹੈ ਜੀ, ਬਹੁਤ ਮਦਦ ਕਰ ਰਿਹਾ ਲੋਕਾਂ ਦੀ, ਜਿੱਥੇ ਤੱਕ ਮੈਨੂੰ ਪਤਾ ਚੱਲ ਰਿਹਾ ਹੈ। ਉਹਨਾਂ ਦਾ ਇੱਕ ਇੰਟਰਨੈਸ਼ਨਲ ਸਕੂਲ ਆ ਗੁਰੂ ਰਾਮਦਾਸ ਜੀ। ਮੈਂ ਚਾਹੁੰਦਾ ਹਾਂ ਕਿ ਮੇਰੇ ਬੱਚੇ 3 ਬੱਚੇ ਆ ਕਿ ਉੱਥੇ ਪੜ੍ਹਾਈ ਜਾਣ। 13 ਰੁਪਈਏ ਫੀਸ ਅਤੇ 13 ਰੁਪਈਏ ਸਕੂਲ ਦਾ ਦਾਖਲਾ ਲਿਆ ਜਾਵੇ। ਮੈਂ ਇਹ ਮੰਗ ਕਰਦਾ ਹਾਂ ਕਿ ਮੇਰਾ ਨਰੋਏ ਪੰਜਾਬ 'ਚ ਮੇਰੇ ਬੱਚੇ ਪੜ੍ਹਾਏ ਜਾਣ। ਸੋ ਇਹ ਉਮੀਦ ਹੈ ਜਿਹੜੀ ਕਿ ਹਰ ਘਰ ਦੇ ਵਿੱਚ ਹੈਗੀ ਹੈ ਕਿ ਉਹਨਾਂ ਨੂੰ ਸਸਤੀ ਅਤੇ ਮਿਆਰੀ ਸਿਹਤ ਸਹੂਲਤਾਂ ਮਿਲਣ, ਸਸਤੀ ਅਤੇ ਮਿਆਰੀ ਐਜੂਕੇਸ਼ਨ ਮਿਲੇ, ਉਹਨਾਂ ਨੂੰ ਪਾਣੀ, ਉਹਨਾਂ ਨੂੰ ਬਿਜਲੀ ਮਿਲੇ। 4 ਬੇਸਿਕ ਜ਼ਰੂਰਤਾਂ ਦੇ ਨਾਲ ਪੂਰੇ ਦਾ ਪੂਰਾ ਘਰ ਬਣ ਜਾਂਦਾ। ਸੋ ਇਸ ਉਮੀਦ ਦੇ ਨਾਲ ਉਮੀਦ ਹੈ ਕਿ ਇਸ ਦੌਰ ਦੀਆਂ ਸਰਕਾਰਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਣਗੀਆਂ। ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਗੱਲਾਂ ਤਕਰੀਰਾਂ ਜਾਂ ਭਾਸ਼ਣ ਵਾਂਗੂ ਮਹਿਸੂਸ ਹੁੰਦੀਆਂ ਹੋਣਗੀਆਂ, ਪਰ ਕਿਤੇ ਨਾ ਕਿਤੇ ਤਜਰਬੇ ਦੇ ਰੋਜ਼ਾਨਾ ਪੈਂਦੇ ਧੱਕਿਆਂ ਦੇ ਨਾਲ ਇਹ ਪੂਰੀ ਦੀ ਪੂਰੀ ਧਾਰਨਾਵਾਂ ਬਣੀ ਹੈ, ਜਿਹੜੀ ਲੋਕਾਂ ਦੀ ਜ਼ੁਬਾਨੀ ਤੁਸੀਂ ਅੱਜ ਇਸ ਪ੍ਰੋਗਰਾਮ ਦੇ ਅੰਦਰ ਸੁਣੀ ਹੈ। ਇਸੇ ਤਰ੍ਹਾਂ ਆਪਾਂ ਫਿਰ ਕਦੀ ਕਿਸੇ ਦੇ ਨਾਲ ਇਸੇ ਤਰ੍ਹਾਂ ਗੱਲਾਂ ਕਰਾਂਗੇ ਅਤੇ ਜਾਣਾਂਗੇ ਕਿ ਪੰਜਾਬ ਦੀ ਨਬਜ਼ ਕੀ ਹੈ, ਅਤੇ ਉਸ ਨਬਜ਼ ਦੇ ਵਿੱਚੋਂ ਹੀ ਤਰਾਸ਼ ਕਰਾਂਗੇ ਇੱਕ ਚੰਗੇ ਤੇ ਸੋਹਣੇ ਪੰਜਾਬ ਦੀ, ਜੋ ਕਿਤੇ ਨਾ ਕਿਤੇ ਸਿਆਸਤ ਉਸ ਸੋਹਣੇ ਤੇ ਨਰੋਏ ਪੰਜਾਬ ਦਾ ਰਾਹ ਭੁੱਲ ਗਈ ਹੈ। ਬਹੁਤ ਬਹੁਤ ਧੰਨਵਾਦ।